सरदार कपूर सिंह होरां दे ਉਹ ਬੋਲ ਯਾਦ ਆ ਰਹੇ ਸੀਗੇ ਅੱਜ ਕਿ ਸਰਦਾਰ ਕਪੂਰ ਸਿੰਘ ਜਦੋਂ ਕਹਿੰਦੇ ਆ ਕਿ ਜਿਹੜੇ ਤੁਸੀਂ ਹੇਠਾਂ ਬੈਠੇ ਹੋ ਉਹ ਤਾਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕਦੇ ਕਸਰ ਨਹੀਂ ਛੱਡਦੇ, ਪਰ ਜਿਹੜੇ ਆ ਸਟੇਜਾਂ ਤੇ ਬੈਠੇ ਆ ਉਹ ਜਿਹੜੇ ਨੇ ਗਦਾਰੀ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ। ਕਿਉਂਕਿ ਕਿਹਾ ਸ਼ੁਰੂਆਤ ਵਿੱਚ ਇਸੇ ਤਰ੍ਹਾਂ ਜਾਂਦਾ ਹੁੰਦਾ ਹੈ ਕਿ ਫੈਸਲੇ ਸੰਗਤ ਦੇ ਸਾਹਮਣੇ ਹੋਣਗੇ, ਇਸ ਤਰ੍ਹਾਂ ਹੋਣਗੇ ਤਾਂ ਜਿਹੜਾ ਵੀ ਕੋਈ ਫੈਸਲਾ ਲੈਣਾ ਹੈ ਉਹ ਸਮੁੱਚੇ ਰੂਪ ਦੇ ਵਿੱਚ ਵਿਸ਼ਵ ਪੱਧਰ ਦੇ ਸਿੱਖ ਨੁਮਾਇੰਦਿਆਂ ਦੀ ਜਿਹੜੀ ਕਮੇਟੀ ਲਵੇ ਤੇ ਫਿਰ ਮੈਨੂੰ ਲੱਗਦਾ ਹੈ ਸਭ ਕੁਝ ਠੀਕ ਰਹੂਗਾ। ਬਿੱਟੂ ਸਾਫ਼ ਤੌਰ ਤੇ ਬੋਲਦੇ ਨੇ ਕਿ ਇਹ ਤਾਂ ਕਾਤਲ ਨੇ, ਇਹਨਾਂ ਨੂੰ ਕਿਵੇਂ ਛਡਾਇਆ ਜਾ ਸਕਦਾ। ਤਾਂ ਕਾਂਗਰਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਅੰਮ੍ਰਿਤਧਾਰੀ ਵੀ ਸਿੰਘ ਹੈਗੇ ਆ ਜਿਹੜੇ ਲਗਾਤਾਰ ਇਲੈਕਸ਼ਨ ਲੜਦੇ ਨੇ, ਜਾਂ ਆਪਾਂ ਛੋਟੇ ਪੱਧਰ ਤੇ, ਨੀਵੇਂ ਪੱਧਰ ਤੇ, ਵੱਡੇ ਪੱਧਰ ਤੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਫਿਰ ਉਹ ਇਸ ਮੋਰਚੇ ਦੇ ਨਾਲ ਕਿਉਂ ਨਹੀਂ ਜੁੜਦੇ ਨਜ਼ਰ ਆ ਰਹੇ? ਆਹ ਵੇਖੋ ਮੇਰੇ ਹੱਥ ਦੇ ਵਿੱਚ ਲੈਟਰ ਹੈ। ਇਸ ਬੰਦੇ ਨੂੰ ਉਮਰ ਕੈਦ ਹੋਈ ਹੈ ਪਰ ਇਹਨੇ ਜੇਲ੍ਹ ਦੇ ਵਿੱਚ ਸਿਰਫ 2 ਸਾਲ 4 ਮਹੀਨੇ 6 ਦਿਨ ਲਾਏ ਆ ਤੇ ਰਿਹਾ ਕਰ ਦਿੱਤਾ। ਆਹ ਦੂਜਾ ਬੰਦਾ ਹੈ ਜਿਹਨੂੰ ਉਮਰ ਕੈਦ ਹੋਈ ਸੀ ਪਰ ਜੇਲ੍ਹ ਦੇ ਵਿੱਚ ਇਹਨੂੰ 1 ਸਾਲ 11 ਮਹੀਨੇ 13 ਦਿਨਾਂ ਬਾਅਦ ਹੀ ਰਿਹਾ ਕਰ ਦਿੱਤਾ। ਤੀਜੇ ਬੰਦੇ ਨੂੰ ਉਮਰ ਕੈਦ ਹੋਈ ਹੈ, ਜੇਲ੍ਹ ਦੇ ਵਿੱਚ 1 ਸਾਲ 11 ਮਹੀਨੇ 7 ਦਿਨਾਂ ਬਾਅਦ ਇਹਨੂੰ ਰਿਹਾ ਕਰ ਦਿੱਤਾ ਹੈ। ਤਾਂ ਆਹ ਉਮਰ ਕੈਦੀ ਨੂੰ 2 ਸਾਲ 5 ਦਿਨ ਹੀ ਜੇਲ੍ਹ ਦੇ ਵਿੱਚ ਕੱਟਣੇ ਪਏ ਆ। ਇਹ ਬੰਦੇ ਉਹ ਨੇ ਜੀ ਜਿਨ੍ਹਾਂ ਨੇ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ। ਇਸ ਦੇ ਵਿੱਚ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਵੀ ਕਿਹਾ ਸੀਗਾ ਕਿ ਰਿਹਾ ਹੋਣੇ ਚਾਹੀਦੇ ਨੇ ਜਿੰਨੇ ਬੰਦੀ ਸਿੰਘ ਨੇ, ਤਾਂ ਫਿਰ ਅੜਿੱਕਾ ਕਿੱਥੇ ਬਣਦਾ ਹੈ? ਤਾਂ ਛੱਡਿਆ ਕਿਉਂ ਨਹੀਂ ਜਾਂਦਾ ਸਿੰਘਾਂ ਨੂੰ? ਦੂਜੇ ਪਾਸੇ ਜੋ ਸ਼ੇਖਾਵਤ ਨੇ, ਗਜਿੰਦਰ ਸ਼ੇਖਾਵਤ, ਉਹ ਕਹਿੰਦੇ ਨਜ਼ਰ ਆਣੇ ਸਾਡੇ ਕੋਲ ਤਾਂ ਲਿਸਟ ਹੀ ਆਣੀ। ਤਾਂ ਲਿਸਟ ਤਾਂ ਹੁਣ ਦੁਬਾਰਾ ਟਾਈਮ ਦੇ ਦੇਣ, ਦੁਬਾਰਾ ਵੀ ਪਹੁੰਚਾਈ ਜਾ ਸਕਦੀ ਹੈ। ਲਿਸਟ ਦਾ ਕੋਈ ਮਸਲਾ ਨਹੀਂ, ਬਹਾਨੇ ਨਹੀਂ ਲਾਉਣੇ ਚਾਹੀਦੇ। 3 ਬੰਦੇ ਤੁਸੀਂ ਛੱਡੇ ਆ, ਉਹਨਾਂ ਨੇ ਕਿਹੜੇ ਹੀ ਇੱਥੇ ਆ ਕੇ ਬੰਬ ਧਮਾਕੇ ਕਰਤੇ ਵੀ ਜਿਹੜੇ ਬਾਕੀ ਹੁਣ ਰੋਕ ਲਏ ਤੁਸੀਂ? ਜੇ 3 ਬੰਦੇ ਅਮਨ ਅਮਾਨ ਨਾਲ ਰਹਿ ਰਹੇ ਨੇ ਤੁਹਾਡੇ ਛੱਡੇ ਹੋਏ, ਫਿਰ ਬਾਕੀਆਂ ਨੂੰ ਵੀ ਛੱਡ ਦਿਓ। ਪ੍ਰਕਾਸ਼ ਸਿੰਘ ਬਾਦਲ ਐਂਡ ਜਿਹੜਾ ਇਹ ਗਰੁੱਪ ਸਾਰਾ, ਇਹਨਾਂ ਦਾ ਜਿਹੜਾ ਪਿਛੋਕੜ ਹੈ ਇਹ ਸ਼ੁਰੂ ਤੋਂ ਖੂਨ ਪੀਂਦੇ ਰਹੇ ਨੇ ਸਿੱਖਾਂ ਦਾ। ਪਰ ਮੈਂ ਸੁਖਬੀਰ ਸਿੰਘ ਬਾਦਲ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਗੁਰਬਾਣੀ ਦਾ ਅਟਲ ਫੈਸਲਾ ਹੈ, ਮਾਨਸਾ ਕਿਉਂ ਦੀਵਾਨੋਂ ਕੋਈ ਨਸ ਭੱਜ ਨਿਕਲੇ, ਹਰ ਦੀਵਾਨੋਂ ਕੋਈ ਕਿੱਥੇ ਜਾਇਆ। ਠੀਕ ਹੈ, ਤੁਸੀਂ ਤੁਹਾਡੀ ਸਰਕਾਰੀ ਦਰਬਾਰੇ ਪਹੁੰਚ ਹੈ, ਹੋ ਸਕਦਾ ਹੈ ਜੱਜਾਂ ਤੱਕ ਤੁਸੀਂ ਪਹੁੰਚ ਕਰ ਲਵੋ, ਪਰ ਇੱਕ ਪ੍ਰਮਾਤਮਾ ਦੀ ਕਚਹਿਰੀ ਵੀ ਲੱਗਦੀ ਹੈ ਤੇ ਉੱਥੇ ਜਿਹੜਾ ਰੱਬ ਦੀ ਜਦੋਂ ਚੱਕੀ ਚੱਲਦੀ ਹੈ ਨਾ, ਉਹ ਚੱਲਦੀ ਬਹੁਤ ਹੌਲੀ ਹੈ ਤੇ ਪੀਂਦੀ ਬਹੁਤ ਬਰੀਕ ਹੈ। ਫਿਰ ਉਹ ਜਿਹੜੀਆਂ ਚੀਕਾਂ ਪੈਂਦੀਆਂ, ਇਹਨਾਂ ਨੂੰ ਆਪਣੇ ਗੁਨਾਹ ਆਪਣੇ ਮੂੰਹ ਕਾਲੇ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ, ਸੁਖਬੀਰ ਨੂੰ, ਇਹਨਾਂ ਦੇ ਸਾਰੇ ਇਹ ਕੋੜਮੇ ਨੂੰ ਆਪਣਾ ਮੂੰਹ ਕਾਲਾ ਕਰਕੇ ਅਕਾਲ ਤਖਤ ਸਾਹਿਬ ਤੇ ਆਪ ਹੀ ਸ਼ਾਮਲ ਹੋਣਾ ਚਾਹੀਦਾ। ਉੱਥੇ ਨੱਕ ਰਗੜਨੇ ਚਾਹੀਦੇ ਨੇ, ਗੁਰੂ ਸਾਹਿਬ ਰਹਿਮਤ ਕਰਨਗੇ, ਹੋ ਸਕਦਾ ਇਹਨਾਂ ਨੂੰ ਬਖਸ਼ ਦੇਣ। ਜਦੋਂ ਬੈਰੀਗੇਡ ਟੁੱਟਣੇ ਆ ਨਾ, ਛੋਟੀ ਮੋਟੀ ਸੱਟਾਂ ਆਮ ਲੱਗਦੀਆਂ, ਇਹ ਹਰ ਥਾਵੇਂ ਲੱਗਦੀਆਂ ਹੁੰਦੀਆਂ ਇੰਨੀਆਂ ਕੁ। ਤੇ ਉਹ ਤਾਂ ਤੁਸੀਂ ਦੇਖੋ ਕਿਸਾਨੀ ਅੰਦੋਲਨ ਦੇ ਦੌਰਾਨ ਜਦੋਂ ਗਏ ਸੀਗੇ ਉਦੋਂ ਵਕਤ ਵੀ ਸੱਟਾਂ ਫਿੱਟਾਂ ਮਾੜੀਆਂ ਮੋਟੀਆਂ ਲੱਗੀਆਂ, ਬੈਰੀਗੇਡ ਤੋਂ ਟੁੱਟੇ ਆ। ਤਾਂ ਫਿਰ ਇਹਨੂੰ ਕੋਈ ਬਾਲਾ ਇਹ ਨਹੀਂ ਲੈਣਾ ਚਾਹੀਦਾ, ਬਲਕਿ ਸਾਨੂੰ ਕਹਿਣਾ ਚਾਹੀਦਾ ਕੋਈ ਕਬਜ਼ਾ ਨਹੀਂ ਕੀਤਾ ਜਾ ਕੇ ਉੱਥੇ ਸਿੱਖਾਂ ਨੇ। ਐਵੇਂ ਝੂਠ ਬੋਲੀ ਜਾਂਦੇ ਆ ਜੇ ਥਾਣੇ ਕਬਜ਼ਾ ਕਰ ਲਿਆ। ਦੱਸੋ ਅੰਮ੍ਰਿਤਪਾਲ ਜਾਂ ਦੂਜਾ ਤੀਜਾ ਕਿਹੜਾ ਸਿੱਖ ਸੀਗਾ ਜਿਹੜਾ ਉੱਥੇ SHO ਦੀ ਕੁਰਸੀ ਤੇ ਬਹਿ ਗਏ ਸੀ, ਉਹ ਕਿ SSP ਦੀ ਕੁਰਸੀ ਤੇ ਬੈਠੇ ਉੱਥੇ ਜਾ ਕੇ? ਇਹ ਕੋਈ ਐਡਾ ਵੱਡਾ ਮਸਲਾ ਨਹੀਂ। ਐਵੇਂ ਲੋਕ ਜਿਹੜੇ ਦੇਖੋ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਡਰ ਲੱਗ ਰਿਹਾ ਹੈ ਅੰਮ੍ਰਿਤਪਾਲ ਸਿੰਘ ਤੋਂ ਜਾਂ ਬਾਕੀ ਸਾਰੇ ਸਿੱਖ ਨੌਜਵਾਨਾਂ ਤੋਂ। ਉਹਨਾਂ ਨੂੰ ਲੱਗਦਾ ਕਿ ਨਵੀਂ ਲੀਡਰਸ਼ਿਪ ਨਾ ਕਿਤੇ ਪੰਜਾਬ ਦੇ ਵਿੱਚ ਉੱਪਰ ਜੇ, ਫਿਰ ਉਹਨਾਂ ਦਾ ਤੋਰੀ ਫੁਲਕਾ ਸਾਰਾ ਬੰਦ ਹੋ ਜਾਊਗਾ। ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋ, ਮੈਂ ਤੁਹਾਡੇ ਨਾਲ ਜਗਸੀਰ ਸਿੰਘ। ਲਗਾਤਾਰ ਤਸਵੀਰਾਂ ਤੁਹਾਨੂੰ ਕੌਮੀ ਇਨਸਾਫ ਮੋਰਚੇ ਤੋਂ ਸਾਂਝੀਆਂ ਕਰ ਰਹੇ ਹਾਂ ਤੇ ਇੱਥੇ ਵੱਖ-ਵੱਖ ਸੰਪਰਦਾਵਾਂ, ਵੱਖ-ਵੱਖ ਲੋਕ ਇੱਥੇ ਪਹੁੰਚ ਰਹੇ ਨੇ, ਆਪਣਾ ਹਿੱਸਾ ਪਾ ਰਹੇ ਨੇ, ਕੌਮੀ ਇਨਸਾਫ ਮੋਰਚੇ ਨੂੰ ਲਗਾਤਾਰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਦੇ ਵਿੱਚ ਹੀ ਕਥਾਵਾਚਕ ਸਾਡੇ ਨਾਲ ਹੀ ਬਹੁਤ ਹੀ ਪਿਆਰੇ ਹਰਜਿੰਦਰ ਸਿੰਘ ਮਾਝੀ ਇੱਥੇ ਪਹੁੰਚੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਉਹ ਲਗਾਤਾਰ ਪੰਥ ਦੀ ਆਵਾਜ਼ ਚੁੱਕਦੇ ਰਹਿੰਦੇ ਨੇ, ਗੱਲ ਕਰਦੇ ਰਹਿੰਦੇ ਨੇ, ਹਰ ਇੱਕ ਸਮੇਂ ਜਾਗਰੂਕ ਕਰਦੇ ਰਹਿੰਦੇ ਨੇ। ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ, ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸ਼ੁਰੂਆਤ ਜਿਹੜੀ ਹੈ ਕੌਮੀ ਇਨਸਾਫ ਮੋਰਚਾ ਤੋਂ ਕਰਾਂਗੇ। ਭਾਈ ਸਾਹਿਬ ਜੀ ਦਾ ਸਵਾਗਤ ਕਰਦੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸ਼ੁਰੂਆਤ ਪਹਿਲਾਂ ਕੌਮੀ ਇਨਸਾਫ ਮੋਰਚੇ ਤੋਂ ਹੀ ਕਰਦੇ ਹਾਂ। ਇੱਥੇ ਪਹੁੰਚੇ ਹੋ, ਪਹਿਲਾਂ ਤਾਂ ਕਿਵੇਂ ਦੇਖਦੇ ਹੋ, ਕਿਸ ਤਰ੍ਹਾਂ ਮੋਰਚਾ ਚੜ੍ਹਦੀ ਕਲਾ ਦੇ ਵਿੱਚ 7 ਜਨਵਰੀ ਤੋਂ ਲੱਗਿਆ ਹੋਇਆ, ਤਾਂ ਕੀ ਉਮੀਦ ਲੱਗਦੀ ਹੈ ਅੱਗੇ ਦੀ? ਦੇਖੋ, ਕੌਮੀ ਇਨਸਾਫ ਮੋਰਚੇ ਦੇ ਵਿੱਚ ਤਾਂ ਮੈਂ ਅੱਜ ਫਸਟ ਟਾਈਮ ਆਇਆ, ਕਿਉਂਕਿ ਮੈਂ ਗਿਆ ਹੋਇਆ ਸੀਗਾ ਪ੍ਰਚਾਰ ਕਰਨ ਲਈ ਬਾਹਰ। ਉੱਥੋਂ ਮੈਂ ਇਸ ਕਰਕੇ ਇਹ ਪ੍ਰੋਗਰਾਮ ਜਿਹੜਾ ਛੇਤੀ ਇੱਥੇ ਦਾ ਬਣਾਇਆ ਸੀਗਾ, ਉਹ ਫਸਟ ਟਾਈਮ ਆਇਆ। ਤੇ ਬਾਕੀ ਸੰਗਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ। ਮੈਂ ਜਿੰਨਾ ਘੁੰਮ ਫਿਰ ਕੇ ਵੇਖਿਆ
ਸਰਦਾਰ ਕਪੂਰ ਸਿੰਘ ਹੋਰਾਂ ਦੇ ਉਹ ਬੋਲ ਯਾਦ ਆ ਰਹੇ ਸੀਗੇ ਅੱਜ ਕਿ ਸਰਦਾਰ ਕਪੂਰ ਸਿੰਘ ਜਦੋਂ ਕਹਿੰਦੇ ਆ ਕਿ ਜਿਹੜੇ ਤੁਸੀਂ ਹੇਠਾਂ ਬੈਠੇ ਹੋ ਉਹ ਤਾਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕਦੇ ਕਸਰ ਨਹੀਂ ਛੱਡਦੇ, ਪਰ ਜਿਹੜੇ ਆ ਸਟੇਜਾਂ ਤੇ ਬੈਠੇ ਆ ਉਹ ਜਿਹੜੇ ਨੇ ਗਦਾਰੀ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ। ਉਹਨਾਂ ਦੇ ਇਸ ਤਰ੍ਹਾਂ ਦੇ ਸ਼ਬਦ ਸੀਗੇ। ਤੋਂ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਕਿ ਜਿਹੜਾ ਸਾਡੀ ਲੀਡਰਸ਼ਿਪ ਹੈ ਇਸ ਮੋਰਚੇ ਦੀ, ਉਹਦੇ ਉੱਤੇ ਸਾਰੀ ਕੌਮ ਦਾ ਭਰੋਸਾ ਰਹੇ ਬਣਿਆ, ਇੰਨੀ ਪਾਰਦਰਸ਼ਤਾ ਦੇ ਨਾਲ ਉਹ ਇਸ ਮੋਰਚੇ ਨੂੰ ਚਲਾਉਣ। ਔਰ ਮੈਂ ਆਪਣੇ ਵੱਲੋਂ ਇਹ ਬੇਨਤੀ ਵੀ ਕਰਦਾ, ਪਰਸਨਲ ਵੀ ਕੀਤੀ ਹੈ ਬਾਪੂ ਗੁਰਚਰਨ ਸਿੰਘ ਜੀ ਹੋਰਾਂ ਨੂੰ ਜਾਂ ਹੋਰ ਸਿਆਣੇ ਬੰਦਿਆਂ ਨੂੰ, ਕਿ ਇਸ ਮੋਰਚੇ ਦੀ ਜਿਹੜੀ ਕਮੇਟੀ ਬਣੀ ਹੈ ਉਹਦੇ ਵਿੱਚ ਜਿੱਥੇ ਪੰਜਾਬ ਨਾਲ ਸੰਬੰਧਿਤ ਸਾਡੇ ਸਿਆਣੇ ਬੰਦੇ ਤੁਸੀਂ ਸ਼ਾਮਲ ਹੋ, ਉੱਥੇ ਫੋਰਨ ਦੇ ਵਿੱਚ ਵੀ ਅਮਰੀਕਾ ਹੈ, ਕੈਨੇਡਾ ਹੈ, ਆਸਟ੍ਰੇਲੀਆ ਜਾਂ ਜਿਹੜੀ ਵੀ ਕੰਟਰੀ ਦੇ ਵਿੱਚ ਸਾਡੇ ਬਹੁਤ ਸੁਹਿਰਦ ਗੁਰਸਿੱਖ ਵੀਰ ਵਸਦੇ ਹੈ, ਜਿਨ੍ਹਾਂ ਦੀ ਇਸ ਮੋਰਚੇ ਨੂੰ ਬਹੁਤ ਵੱਡੀ ਸਪੋਰਟ ਹੈ। ਇਹਦੇ 'ਚ ਕੋਈ ਸ਼ੱਕ ਨਹੀਂ। ਕੋਈ ਵੀ ਪੰਜਾਬ ਦਾ ਸੰਘਰਸ਼ ਚੱਲਦਾ ਹੈ, ਸਾਡੇ NRI ਭਰਾ ਜਿਹੜੇ ਉੱਥੇ 14-14 16-16 ਘੰਟੇ ਮਿਹਨਤਾਂ ਕਰਕੇ ਆਪਣਾ ਪੈਸਾ ਕਮਾਉਂਦੇ ਨੇ, ਉਹ ਸਪੋਰਟ ਦੇ ਲਈ ਭੇਜਦੇ ਆ। ਤਾਂ ਇਸ ਮੋਰਚੇ ਦੀ ਜਿਹੜੀ ਕੇਂਦਰੀ ਕਮੇਟੀ ਬਣੀ ਆ ਉਹਦੇ ਵਿੱਚ ਮੈਨੂੰ ਇਹ ਲੱਗਦਾ, ਹੋ ਸਕਦਾ ਮੈਂ ਕਿਤੇ ਗਲਤ ਹੋਵਾਂ, ਮੈਨੂੰ ਲੱਗਦਾ ਕਿ ਸਾਡੇ ਫੋਰਨ ਵਾਲੇ ਸੁਹਿਰਦ ਵੀਰਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ, ਤਾਂ ਜੋ ਇਹ ਜਿਹੜੀ ਸਾਡੀ ਕਮੇਟੀ ਵਰਲਡ ਵਾਈਡ ਬਣੇ, ਇੱਕ ਸੁਚੱਜੇ ਢੰਗ ਨਾਲ ਸਾਰਾ ਜਿਹੜਾ ਕਾਰਜ ਹੈ ਉਹ ਚੱਲੇ। ਔਰ ਕੋਈ ਵੀ ਜਿਹੜਾ ਤੁਸੀਂ ਫੈਸਲਾ ਲੈਣਾ, ਕਿਉਂਕਿ ਕਿਹਾ ਸ਼ੁਰੂਆਤ ਵਿੱਚ ਇਸੇ ਤਰ੍ਹਾਂ ਜਾਂਦਾ ਹੁੰਦਾ ਹੈ ਕਿ ਫੈਸਲੇ ਸੰਗਤ ਦੇ ਸਾਹਮਣੇ ਆਉਣਗੇ, ਇਸ ਤਰ੍ਹਾਂ ਹੋਣਗੇ, ਤਾਂ ਜਿਹੜਾ ਵੀ ਕੋਈ ਫੈਸਲਾ ਲੈਣਾ ਉਹ ਸਮੁੱਚੇ ਰੂਪ ਦੇ ਵਿੱਚ ਵਿਸ਼ਵ ਪੱਧਰ ਦੇ ਸਿੱਖ ਨੁਮਾਇੰਦਿਆਂ ਦੀ ਜਿਹੜੀ ਕਮੇਟੀ ਲਵੇ, ਤੇ ਫਿਰ ਮੈਨੂੰ ਲੱਗਦਾ ਸਭ ਕੁਝ ਠੀਕ ਰਹੂਗਾ ਜੀ। ਇਸ ਦੇ ਵਿੱਚ ਲਗਾਤਾਰ ਇਸ ਮੋਰਚੇ ਨੂੰ ਲੈ ਕੇ ਵੱਖ-ਵੱਖ ਸਿਆਸੀ ਬਿਆਨਬਾਜ਼ੀਆਂ ਹੋ ਰਹੀਆਂ ਨੇ। ਲਗਾਤਾਰ ਮੋਰਚੇ ਨੂੰ ਕਾਂਗਰਸ ਹੈ ਉਹ ਵੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਸ ਤਰ੍ਹਾਂ ਹੱਲ ਨਹੀਂ ਹੁੰਦੇ। ਰਮਨੀਤ ਬਿੱਟੂ ਸਾਫ਼ ਤੌਰ ਤੇ ਬੋਲਦੇ ਨੇ ਕਿ ਇਹ ਤਾਂ ਕਾਤਲ ਨੇ, ਇਹਨਾਂ ਨੂੰ ਕਿਵੇਂ ਛਡਾਇਆ ਜਾ ਸਕਦਾ। ਤਾਂ ਕਾਂਗਰਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਅੰਮ੍ਰਿਤਧਾਰੀ ਵੀ ਸਿੰਘ ਹੈਗੇ ਆ ਜਿਹੜੇ ਲਗਾਤਾਰ ਇਲੈਕਸ਼ਨ ਲੜਦੇ ਨੇ, ਜਾਂ ਆਪਾਂ ਛੋਟੇ ਪੱਧਰ ਤੇ, ਨੀਵੇਂ ਪੱਧਰ ਤੇ, ਵੱਡੇ ਪੱਧਰ ਤੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਫਿਰ ਉਹ ਇਸ ਮੋਰਚੇ ਦੇ ਨਾਲ ਕਿਉਂ ਨਹੀਂ ਜੁੜਦੇ ਨਜ਼ਰ ਆ ਰਹੇ? ਦੇਖੋ, ਮੈਂ ਕਹਿੰਦਾ ਕਿ ਦੁਨੀਆ ਭਰ ਵਿੱਚ ਵਸਦਾ ਹੋਇਆ ਜਿਹੜਾ ਸਿੱਖ ਹੈ ਜਾਂ ਇਨਸਾਫ ਪਸੰਦ ਵਿਅਕਤੀ ਹੈ, ਉਹ ਇਸ ਮੋਰਚੇ ਵਿੱਚ ਸ਼ਾਮਲ ਹੁੰਦਾ ਜਾਂ ਨਹੀਂ ਹੁੰਦਾ ਉਹ ਵੱਖਰੀ ਗੱਲ ਹੈ, ਪਰ ਉਹ ਬੰਦੀ ਸਿੰਘਾਂ ਦੀ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਚਾਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਬਾਕੀ ਰਵਨੀਤ ਬਿੱਟੂ ਹੋਰੀ, ਉਹਨਾਂ ਦਾ ਪਿਛੋਕੜ ਜਿਸ ਕਿਸਮ ਦਾ ਹੈ, ਜਿਵੇਂ ਉਹਦੇ ਦਾਦੇ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਆ, ਉਹ ਉਸੇ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ। ਉਹਨੂੰ ਇਹ ਆਪਣੇ ਆਪ ਵਿੱਚ ਸੁਧਾਰ ਕਰਨਾ ਚਾਹੀਦਾ। ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਇੰਪੋਰਟੈਂਟ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ 2019 ਦੀ 11 ਅਕਤੂਬਰ ਨੂੰ ਨੋਟੀਫਿਕੇਸ਼ਨ ਦਿੱਤਾ ਸੀਗਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਪਰ, ਤਾਂ ਇਹਦੇ ਮੁਤਾਬਕ ਉਹਨਾਂ ਨੇ 8 ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਸੀ। ਤਾਂ ਜਿਹਦੇ ਵਿੱਚੋਂ ਮੈਂ ਦੱਸਣਾ ਚਾਹੁੰਦਾ ਕਿ ਕਈ ਵਾਰੀ ਸਾਡੇ ਬੁਲਾਰੇ ਜਦੋਂ ਬੋਲਦੇ ਆ ਉਹ ਕਹਿੰਦੇ ਇੱਕ ਵੀ ਬੰਦੀ ਸਿੰਘ ਨਹੀਂ ਛੱਡਿਆ। 3 ਜਿਹੜੇ ਸਾਡੇ ਬੰਦੀ ਸਿੰਘ ਨੇ, ਭਾਈ ਲਾਲ ਸਿੰਘ, ਭਾਈ ਨੰਦ ਸਿੰਘ, ਭਾਈ ਸੁਬੇਗ ਸਿੰਘ, ਜਿਹੜੇ ਇਸ ਨੋਟੀਫਿਕੇਸ਼ਨ ਦੇ ਵਿੱਚ ਸ਼ਾਮਲ ਨੇ, ਉਹਨਾਂ ਨੂੰ ਕੇਂਦਰ ਸਰਕਾਰ ਨੇ ਛੱਡ ਦਿੱਤਾ। ਤੇ ਮੈਂ ਕੇਂਦਰ ਸਰਕਾਰ ਨੂੰ, ਉਹਨਾਂ ਦੇ ਨੁਮਾਇੰਦਿਆਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਤੁਸੀਂ ਨੋਟੀਫਿਕੇਸ਼ਨ ਦੇ ਵਿੱਚੋਂ 3 ਬੰਦੇ ਛੱਡੇ ਨੇ, ਉਹ ਅਮਨ ਅਮਾਨ ਦੇ ਨਾਲ ਸੁਚੱਜੇ ਢੰਗ ਨਾਲ ਇੱਥੇ ਰਹਿ ਰਹੇ ਨੇ, ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਿਹਦੇ ਨਾਲ ਕੋਈ ਨੁਕਸਾਨ ਹੋ ਗਿਆ ਵੇ ਕਿਸੇ ਦਾ, ਕੋਈ ਉਹਨਾਂ ਨੇ ਬੰਬ ਨਹੀਂ ਚਲਾਤੇ ਆ ਕੇ, ਜਿਸ ਕਰਕੇ ਤੁਸੀਂ ਬਾਕੀ ਦੇ ਬੰਦਿਆਂ ਨੂੰ ਨਹੀਂ ਛੱਡ ਰਹੇ। ਜੇ ਤੁਸੀਂ ਉਹਨਾਂ ਨੂੰ ਛੱਡ ਕੇ ਦੇਖ ਲਿਆ ਉਹ ਸਾਰੇ ਪਾਸੇ ਠੀਕ ਰਿਜ਼ਲਟ ਹੈ, ਸੁੱਖ ਸ਼ਾਂਤੀ ਨਾਲ ਬੰਦੇ ਰਹਿ ਰਹੇ ਨੇ, ਤਾਂ ਜਿਹੜੇ ਬਾਕੀ ਦੇ ਨੇ, ਜਿਹੜੇ 8 ਦੇ ਵਿੱਚੋਂ 3 ਬੰਦੇ, ਭਾਈ ਆਪਣੇ ਬਲਬੀਰ ਸਿੰਘ, ਬਰਿਆਮ ਸਿੰਘ ਤੇ ਹਰਜਿੰਦਰ ਸਿੰਘ ਦਾ ਨਾਮ ਤਾਂ ਵੈਸੇ ਹੀ ਨੋਟੀਫਿਕੇਸ਼ਨ 'ਚ ਪਾਤਾ, ਉਹ ਤਾਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਹੀ ਰਿਹਾ ਹੋ ਚੁੱਕੇ ਸੀਗੇ। ਤਾਂ 3 ਬੰਦੇ ਇਹਨਾਂ ਨੇ ਛੱਡੇ ਨੇ। ਇਸ ਨੋਟੀਫਿਕੇਸ਼ਨ ਦੇ ਮੁਤਾਬਕ 2 ਬੰਦੇ ਰਹਿੰਦੇ ਆ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਗੁਰਦੀਪ ਸਿੰਘ ਖਹਿਰਾ, ਤੇ ਇਹਨਾਂ ਨੂੰ ਤੁਰੰਤ ਛੱਡਿਆ ਜਾਣਾ ਚਾਹੀਦਾ। ਕੇਜਰੀਵਾਲ ਇਹਦੇ ਤੇ ਬੇਈਮਾਨੀ ਨਾ ਕਰੇ ਤੇ ਕਰਨਾਟਕ ਦੀ ਜਿਹੜੀ BJP ਸਰਕਾਰ ਬੇਈਮਾਨੀ ਨਾ ਕਰੇ। ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਕੇਸ ਹੈ, ਜਿਹੜਾ ਉਹਨਾਂ ਨੇ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲਣਾ, ਉਹ ਆਰਟੀਕਲ 72 ਦੇ ਤਹਿਤ ਕੇਂਦਰ ਸਰਕਾਰ ਨਹੀਂ ਬਦਲਣਾ, ਉਹਨਾਂ ਨੂੰ ਤੁਰੰਤ ਬਦਲਣੀ ਚਾਹੀਦੀ ਆ। ਔਰ ਜਿਹੜੇ ਸਾਡੇ 3 ਸਿੰਘ ਨੇ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ ਇੰਜੀਨੀਅਰ ਤੇ ਲਖਵਿੰਦਰ ਸਿੰਘ,
ਇਹ ਯੂਟੀ ਦੇ ਕੈਦੀ ਨੇ ਚੰਡੀਗੜ੍ਹ ਦੇ, ਤੇ ਇਹ ਵੀ ਬੀਜੇਪੀ ਦੇ ਅੰਡਰ ਹੈ। ਇਹਨਾਂ ਨੂੰ ਵੀ ਯਕਦਮ ਛੱਡਿਆ ਜਾਣਾ ਚਾਹੀਦਾ। 25 ਸਾਲ ਤੋਂ ਬਾਅਦ ਉਹਨਾਂ ਦਾ ਵੀ ਹੋ ਚੁੱਕਿਆ ਹੈ। ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੀ ਤਾਂ ਇੱਥੇ ਜੇਲ੍ਹ 'ਚ ਟਰਾਂਸਫਰ ਦੀ ਵੀ ਅਜੇ ਤੱਕ ਸਰਕਾਰ ਜਿਹੜੀ ਆ ਉਹ ਬਹਾਨੇ ਲਾ ਰਹੀ ਆ। ਉਹਨਾਂ ਨੂੰ ਵੀ ਸਾਰੇ ਸਾਡੇ ਸਿੰਘਾਂ ਨੂੰ, ਕਿਉਂਕਿ ਅੱਜ ਬੱਚਾ ਇਹਨਾਂ ਸਾਡੇ ਸਿੰਘਾਂ ਨੂੰ ਪਿਆਰ ਕਰਦਾ, ਕਿਉਂਕਿ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਜਿਹੜੀਆਂ ਨੇ ਉਹ ਸਾਡੇ ਲਈ ਜੇਲ੍ਹਾਂ ਦੇ ਵਿੱਚ ਲਾਈਆਂ ਨੇ, ਸਾਡੇ ਤੋਂ ਜਵਾਨੀਆਂ ਵਾਰੀਆਂ ਨੇ। ਅੱਜ ਸਾਡੀ ਉਹਨਾਂ ਲਈ ਖੜਨ ਦੀ ਵਾਰੀ ਹੈ। ਸੋ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ। ਮੈਂ ਇੱਕ ਜ਼ਰੂਰੀ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਕਾਨੂੰਨ ਜਿਹੜਾ ਹੈ ਦੋ ਤਰ੍ਹਾਂ ਨਾਲ ਕਿਵੇਂ ਕੰਮ ਕਰਦਾ। ਆਹ ਵੇਖੋ ਮੇਰੇ ਹੱਥ ਦੇ ਵਿੱਚ ਲੈਟਰ ਹੈ। ਇਸ ਬੰਦੇ ਨੂੰ ਉਮਰ ਕੈਦ ਹੋਈ ਹੈ, ਪਰ ਇਹਨੇ ਜੇਲ੍ਹ ਦੇ ਵਿੱਚ ਸਿਰਫ 2 ਸਾਲ 4 ਮਹੀਨੇ 6 ਦਿਨ ਲਾਏ ਆ ਤੇ ਰਿਹਾ ਕਰ ਦਿੱਤਾ। ਆਹ ਦੂਜਾ ਬੰਦਾ ਹੈ ਜਿਹਨੂੰ ਉਮਰ ਕੈਦ ਹੋਈ ਸੀ, ਪਰ ਜੇਲ੍ਹ ਦੇ ਵਿੱਚ ਇਹਨੂੰ 1 ਸਾਲ 11 ਮਹੀਨੇ 13 ਦਿਨਾਂ ਬਾਅਦ ਹੀ ਰਿਹਾ ਕਰ ਦਿੱਤਾ। ਤੀਜੇ ਬੰਦੇ ਨੂੰ ਉਮਰ ਕੈਦ ਹੋਈ ਹੈ, ਜੇਲ੍ਹ ਦੇ ਵਿੱਚ 1 ਸਾਲ 11 ਮਹੀਨੇ 7 ਦਿਨਾਂ ਬਾਅਦ ਇਹਨੂੰ ਰਿਹਾ ਕਰ ਦਿੱਤਾ ਹੈ। ਤਾਂ ਆਹ ਉਮਰ ਕੈਦੀ ਨੂੰ 2 ਸਾਲ 5 ਦਿਨ ਹੀ ਜੇਲ੍ਹ ਦੇ ਵਿੱਚ ਕੱਟਣੇ ਪਏ ਆ। ਕੌਣ ਨੇ ਇਹ ਬੰਦੇ? ਉਹ ਨੇ ਜੀ ਜਿਨ੍ਹਾਂ ਨੇ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ, ਜਿਹੜੇ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਨੇ। ਕਿਉਂਕਿ ਇਹਨਾਂ ਦੀ ਸਿਫਾਰਿਸ਼ ਜਿਹੜੀ ਕੀਤੀ ਵਧੀਕ ਡਾਇਰੈਕਟਰ ਜਨਰਲ ਆ ਪੁਲਿਸ ਜੇਲ੍ਹਾਂ ਪੰਜਾਬ ਤੇ ਡੀਜੀਪੀ ਪੰਜਾਬ, ਇਹਨਾਂ ਨੇ ਇਹਨਾਂ ਦੀ ਸਿਫਾਰਿਸ਼ ਕੀਤੀ ਤੇ ਇਹਨਾਂ ਉਮਰ ਕੈਦ ਵਾਲਿਆਂ ਨੂੰ 2-2 ਸਾਲ ਬਾਅਦ ਛੱਡ ਦਿੱਤਾ ਗਿਆ। ਦੂਜੇ ਪਾਸੇ ਸਾਡੇ ਸਿੰਘ ਜਿਹੜੇ ਨੇ 25-25 30-30 ਸਾਲਾਂ ਤੋਂ ਜੇਲ੍ਹਾਂ 'ਚ ਨੇ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਇੱਕ ਪਾਸੇ ਉਹ ਸ਼ਾਇਦ ਮੋਰਚੇ ਵਾਲਿਆਂ ਨਾਲ ਗੱਲਬਾਤ ਦੇ ਦੌਰਾਨ ਕਹਿੰਦੇ ਨੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਅਸੀਂ ਕੇਜਰੀਵਾਲ ਨਾਲ ਗੱਲਬਾਤ ਕਰਾਂਗੇ, ਤੇ ਦੂਜੇ ਪਾਸੇ ਜਿਹੜਾ ਗੁਰਮੀਤ ਸਿੰਘ ਇੰਜੀਨੀਅਰ ਹੈ ਉਹਦੀ ਰਿਹਾਈ ਦੇ ਵਿੱਚ ਪਟਿਆਲੇ ਦਾ ਡੀਸੀ ਜਿਹੜਾ ਅੜਿੱਕਾ ਬਣਿਆ ਹੋਇਆ, ਉਹਨੇ ਨੈਗੇਟਿਵ ਰਿਪੋਰਟ ਭੇਜੀ ਹੈ। ਤਾਂ ਫਿਰ ਇਹਦਾ ਮਤਲਬ ਪਟਿਆਲੇ ਦਾ ਡੀਸੀ ਆਪਣੇ ਆਪ ਤਾਂ ਕੁਝ ਨਹੀਂ ਕਹਿ ਰਿਹਾ, ਉਹ ਸਰਕਾਰ ਦੇ ਆਖੇ ਲੱਗ ਰਿਹਾ। ਤਾਂ ਪੰਜਾਬ ਸਰਕਾਰ ਜਿਹੜੀ ਕਿ ਪਹਿਲਾਂ ਤਾਂ ਭੁੱਲਰ ਸਾਹਿਬ ਦੇ ਮਸਲੇ ਤੇ ਜਦੋਂ ਅਸੀਂ ਚੋਣਾਂ ਦੇ ਸਮੇਂ ਦੇ ਦੌਰਾਨ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਤੇ ਬਾਕੀ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਡਟਵੀਂ ਇਹਦੀ ਵਿਰੋਧਤਾ ਕੀਤੀ, ਤਾਂ ਉਸ ਵਕਤ ਜਿਹੜੇ ਕਹਿੰਦੇ ਸੀ ਕਿ ਪ੍ਰੋਫੈਸਰ ਭੁੱਲਰ ਦਾ ਮਸਲਾ ਸਾਡੇ ਹੱਥ ਵਿੱਚ ਨਹੀਂ, ਅੱਜ ਉਹ ਖੁਦ ਮੰਨ ਗਏ ਨੇ। ਉਹਨਾਂ ਨੇ ਪਹਿਲਾਂ 3-4 ਵਾਰੀ ਉਹ ਫਾਈਲ ਕੈਂਸਲ ਕੀਤੀ ਆ, ਹੁਣ ਰੈਫਰ ਕੀਤੀ ਹੈ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ। ਤਾਂ ਉਹ ਜਿਹੜੇ ਨੇ ਇੰਜੀਨੀਅਰ ਗੁਰਮੀਤ ਸਿੰਘ ਦੀ ਜਿਹੜੀ ਰਿਹਾਈ ਦੇ ਵਿੱਚ ਪੰਜਾਬ ਸਰਕਾਰ ਅੜਿੱਕਾ ਬਣੀ ਹੋਈ ਹੈ। ਤਾਂ ਇਹਨਾਂ ਨੂੰ ਸਾਰੇ ਰਲ ਮਿਲ ਕੇ ਕੇਂਦਰ ਸਰਕਾਰ, ਕਰਨਾਟਕ ਤੇ ਪੰਜਾਬ ਸੂਬਾ ਸਰਕਾਰਾਂ ਰਲ ਮਿਲ ਕੇ ਸਾਡੀ ਕੌਮ ਨੂੰ ਜਿਹੜਾ ਇਹ ਧੋਖੇ ਦੇ ਵਿੱਚ ਰੱਖਦੇ ਨੇ, ਇੱਕ ਦੂਜੇ ਤੇ ਗੱਲ ਸੁੱਟੀ ਜਾਂਦੇ ਨੇ, ਅੰਦਰੋਂ ਸਾਰੇ ਇੱਕੋ ਨੇ। ਤਾਂ ਸਾਡੇ ਇਹ ਬੰਦੀ ਸਿੰਘਾਂ ਨੂੰ ਰਿਹਾ ਤੁਰੰਤ ਇਹਨਾਂ ਨੂੰ ਕਰਨਾ ਚਾਹੀਦਾ। ਭਾਈ ਸਾਹਿਬ ਜੀ, ਇਸ ਦੇ ਵਿੱਚ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਵੀ ਕਿਹਾ ਸੀਗਾ ਕਿ ਰਿਹਾ ਹੋਣੇ ਚਾਹੀਦੇ ਨੇ ਜਿੰਨੇ ਬੰਦੀ ਸਿੰਘ ਨੇ, ਤਾਂ ਫਿਰ ਅੜਿੱਕਾ ਕਿੱਥੇ ਬਣਦਾ ਹੈ? ਤਾਂ ਛੱਡਿਆ ਕਿਉਂ ਨਹੀਂ ਜਾਂਦਾ ਸਿੰਘਾਂ ਨੂੰ? ਦੂਜੇ ਪਾਸੇ ਜੋ ਸ਼ੇਖਾਵਤ ਨੇ, ਗਜਿੰਦਰ ਸ਼ੇਖਾਵਤ, ਉਹ ਕਹਿੰਦੇ ਨਜ਼ਰ ਆਉਣੇ ਸਾਡੇ ਕੋਲ ਤਾਂ ਲਿਸਟ ਹੀ ਆਣੀ। ਫਿਰ ਇਹ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਸਾਰੇ? ਗਜਿੰਦਰ ਸ਼ੇਖਾਵਤ ਨੂੰ ਮੈਂ ਯਾਦ ਕਰਵਾਉਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਚੋਣਾਂ ਦੇ ਦੌਰਾਨ ਜਦੋਂ ਅਸੀਂ ਉੱਥੇ ਫਗਵਾੜੇ ਦੇ ਮਿਨਿਸਟਰ ਸੀਗੇ ਕੇਂਦਰ ਦੇ ਵਿੱਚ ਸੋਮ ਪ੍ਰਕਾਸ਼ ਦਾ ਅਸੀਂ ਉਹਦੇ ਘਰ ਘੇਰਨਾ ਸੀ, ਉਹ ਘਰ ਘੇਰਿਆ ਤੇ ਉਹ ਬਾਹਰ ਆ ਕੇ ਸਾਨੂੰ ਮਿਲੇ ਨਹੀਂ। ਉਸ ਦਿਨ ਉੱਥੇ ਕੈਂਡੀਡੇਟ ਸੀ ਬੀਜੇਪੀ ਦਾ ਵਿਜੇ ਸਾਂਪਲਾ ਨੇ ਇੱਕ ਉੱਥੇ ਮੀਟਿੰਗ ਕਰਵਾਈ ਫਗਵਾੜਾ ਦੇ ਵਿੱਚ। ਉੱਥੇ ਗਜਿੰਦਰ ਸ਼ੇਖਾਵਤ ਪਹੁੰਚੇ, ਐਡਵੋਕੇਟ ਜਸਪਾਲ ਸਿੰਘ ਵੰਜਪੁਰ, ਹੋਰ ਸਿਆਣੇ ਬੰਦੇ, ਬਾਪੂ ਗੁਰਚਰਨ ਸਿੰਘ, ਹਰਦੀਪ ਸਿੰਘ ਡਿਬਡਵਾ, ਬਹੁਤ ਸਿਆਣੇ, ਸੁਖਦੇਵ ਸਿੰਘ, ਕਈ ਬੰਦੇ ਉੱਥੇ ਸਾਡੇ ਨਾਲ ਸੀ। ਤੇ ਉਹ ਅਸੀਂ ਸਾਰੀ ਲਿਸਟ ਜਿਹੜੀ ਬੰਦੀ ਸਿੰਘਾਂ ਦੀ ਸੀਗੀ ਆਪ ਗਜਿੰਦਰ ਸ਼ੇਖਾਵਤ ਕੋਲ ਭੇਜੀ, ਉਹਨਾਂ ਨੂੰ ਦੱਸਿਆ। ਔਰ ਗਜਿੰਦਰ ਸ਼ੇਖਾਵਤ ਨੇ ਸਾਡੇ ਬੈਠੇ ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਟੈਲੀਫੋਨ ਵੀ ਲਾਇਆ। ਉਹਨਾਂ ਨੇ ਟੈਲੀਫੋਨ ਤੇ ਪਤਾ ਨਹੀਂ ਕੀ ਗੱਲ ਕੀਤੀ, ਪਰ ਸਾਨੂੰ ਇਹ ਕਿਹਾ ਕਿ ਨਤੀਜੇ ਜਿਹੜੇ ਨੇ ਬਹੁਤ ਸੋਹਣੇ ਆਉਣਗੇ, ਛੇਤੀ ਆਉਣਗੇ। ਔਰ ਇਹ ਬਕਾਇਦਾ ਸਾਰੇ ਮੀਡੀਆ ਦੇ ਵਿੱਚ ਇਹ ਖਬਰ ਉਹਨਾਂ ਵੱਲੋਂ ਉਦੋਂ ਆਈ ਸੀ ਕਿ ਛੇਤੀ ਨਤੀਜੇ ਆਉਣਗੇ ਚੰਗੇ। ਪਰ ਹੁਣ ਇੰਨੇ ਸਮੇਂ ਬਾਅਦ ਉਹ ਕਹਿ ਰਿਹਾ ਸਾਡੇ ਕੋਲ ਲਿਸਟ ਹੀ ਨਹੀਂ ਹੈ ਬੰਦੀ ਸਿੰਘਾਂ ਦੀ। ਤਾਂ ਲਿਸਟ ਤਾਂ ਹੁਣ ਦੁਬਾਰਾ ਟਾਈਮ ਦੇ ਦੇਣ, ਦੁਬਾਰਾ ਵੀ ਪਹੁੰਚਾਈ ਜਾ ਸਕਦੀ ਹੈ, ਲਿਸਟ ਦਾ ਕੋਈ ਮਸਲਾ ਨਹੀਂ। ਬਹਾਨੇ ਨਹੀਂ ਲਾਉਣੇ ਚਾਹੀਦੇ, ਤਾਂ ਤੁਰੰਤ ਜਿਹੜਾ ਇਹਨਾਂ ਨੂੰ ਕੰਮ ਕਰਨਾ ਚਾਹੀਦਾ। ਲਗਾਤਾਰ ਉਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਬੜੇ ਬੰਦੀ ਸਿੰਘ ਜਿਹੜੇ ਰਿਹਾ ਕਰ ਦਿੱਤੇ, ਉਹਨਾਂ ਦੀ ਕੋਈ ਨਹੀਂ ਗੱਲ ਕਰਦਾ, ਉਹਨਾਂ ਦਾ ਕੋਈ ਧੰਨਵਾਦ ਨਹੀਂ ਕਰਦਾ। ਵੀ ਮੋਦੀ ਦਾ ਧੰਨਵਾਦ ਕਰਨਾ ਚਾਹੀਦਾ ਕਿ ਇੰਨੇ ਬੰਦੀ ਸਿੰਘ ਰਿਹਾ ਕਰ ਦਿੱਤੇ, ਵੀ ਜਿਹੜੇ ਬਾਕੀ ਨੂੰ ਉਹਨਾਂ ਦੇ ਉੱਤੇ ਸਾਡਾ ਕੰਮ ਚੱਲ ਰਿਹਾ। ਅਸ਼ਵਨੀ ਸ਼ਰਮਾ ਕਹਿੰਦੇ ਨਜ਼ਰ ਆਉਂਦੇ ਨੇ।
ਨਹੀਂ ਜਿਹੜੇ ਦੇਖੋ ਮੈਂ ਤਾਂ ਸਾਫ਼ ਤੁਹਾਨੂੰ ਉਹਨਾਂ ਦੇ ਨਾਮ ਲੈ ਜਿਹੜਾ ਨੋਟੀਫਿਕੇਸ਼ਨ ਵੀ ਕੇਂਦਰ ਸਰਕਾਰ ਨੇ ਕੀਤਾ ਇਹਦੇ ਵਿੱਚੋਂ ਵੀ ਅਸੀਂ ਕਹਿੰਦੇ ਆ ਕਿ 3 ਸਿੰਘਾਂ ਨੂੰ ਉਹਨਾਂ ਨੇ ਛੱਡਿਆ ਹੈ, ਭਾਈ ਲਾਲ ਸਿੰਘ ਹੋਰਾਂ ਨੂੰ ਤੇ ਭਾਈ ਆਪਣੇ ਨੰਦ ਸਿੰਘ ਸੀਗੇ, ਭਾਈ ਨੰਦ ਸਿੰਘ, ਲਾਲ ਸਿੰਘ ਤੇ ਸੁਵੇਗ ਸਿੰਘ, 3 ਸਿੰਘਾਂ ਨੂੰ ਉਹਨਾਂ ਨੇ ਛੱਡਿਆ ਹੈ। ਅਸੀਂ ਇਹਨਾਂ ਦੇ ਆਧਾਰ ਤੇ ਹੀ ਉਹਨਾਂ ਨਾਲ ਗੱਲ ਕਰ ਰਹੇ ਹਾਂ ਵੀ ਜਿਹੜੇ 3 ਬੰਦੇ ਤੁਸੀਂ ਛੱਡੇ ਆ ਉਹਨਾਂ ਨੇ ਕਿਹੜੇ ਹੀ ਇੱਥੇ ਆ ਕੇ ਬੰਬ ਧਮਾਕੇ ਕਰਤੇ ਵੀ ਜਿਹੜੇ ਬਾਕੀ ਹੁਣ ਰੋਕ ਲਏ ਤੁਸੀਂ। ਜੇ 3 ਬੰਦੇ ਅਮਨ ਅਮਾਨ ਨਾਲ ਰਹਿ ਰਹੇ ਨੇ ਤੁਹਾਡੇ ਛੱਡੇ ਹੋਏ ਫਿਰ ਬਾਕੀਆਂ ਨੂੰ ਵੀ ਛੱਡ ਦਿਓ। ਇਹੀ ਗੱਲ ਆ। ਤੋ ਉਹਨਾਂ ਦਾ ਇਸ ਗੱਲ ਲਈ ਠੀਕ ਹੈ ਜਿੰਨਾ ਉਹਨਾਂ ਨੇ ਕੀਤਾ ਉਹ ਠੀਕ ਹੈ, ਪਰ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਹਨਾਂ ਨੇ ਨਾਮ ਵਰਤਿਆ 550 ਸਾਲਾਂ ਤੇ, ਤੋ ਫਿਰ ਉਹਨਾਂ ਨੂੰ ਇਹ ਕੰਮ ਬੜੀ ਛੇਤੀ ਕਰਨਾ ਚਾਹੀਦਾ। ਦੂਜੇ ਪਾਸੇ ਐਜੀਪੀਸੀ ਦਸਤਖਤ ਮੁਹਿੰਮ ਚਲਾ ਰਹੀ ਹੈ ਤਾਂ ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਵੀ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ, ਹੋਰ ਪੰਥਕ ਮੁੱਦਿਆਂ ਦੀ ਗੱਲ ਹੋ ਰਹੀ ਹੈ, ਤਾਂ ਦੂਜੇ ਪਾਸੇ ਐਜੀਪੀਸੀ ਖਾਸ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦਸਤਖਤ ਸਾਈਨ ਕਰਵਾ ਰਹੇ ਨੇ, ਤਾਂ ਉਸ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਇੱਥੇ ਇਕੱਠੇ ਹੋਣਾ ਚਾਹੀਦਾ ਜਾਂ ਫਿਰ ਇਸ ਦੇ ਵਿੱਚ ਕੀ ਤੁਹਾਨੂੰ ਲੱਗਦਾ? ਐਜੀਪੀਸੀ ਜਿਹੜੀ ਦਸਤਕ ਮੁਹਿੰਮ ਚਲਾ ਰਹੀ ਹੈ ਉਹ ਚੰਗੀ ਗੱਲ ਹੈ, ਪਰ ਇਹ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈਗਾ ਜਦੋਂ ਇਹਦੇ ਦਸਤਖਤਾਂ ਦੀ ਵੈਲਿਊ ਸੀਗੀ ਨਾ ਜੀ, ਉਦੋਂ ਤਾਂ ਇਹਨੇ ਸੁਪਰੀਮ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਹੈਗਾ ਟੈਰਰਿਸਟ ਹੈ। ਉਦੋਂ ਕਹਿੰਦੇ ਸੀ ਕਿ ਸਾਡਾ ਬੜਾ ਚੰਗਾ ਅਫਸਰ ਹੈ ਡੀਜੀਪੀ, ਜਿਹੜਾ ਬਾਅਦ 'ਚ ਡੀਜੀਪੀ ਲਾਇਆ, ਪਰ ਇਹਨਾਂ ਨੇ ਕਿਹਾ ਸੁਮੇਧ ਸੈਣੀ ਬੜਾ ਚੰਗਾ ਅਫਸਰ ਹੈ। 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਬਾਦਲ ਇਹ ਕਹਿ ਕੇ ਜਿੱਤਿਆ ਕਿ ਜਿਹੜੇ ਦੋਸ਼ੀ ਪੁਲਿਸ ਆਫੀਸਰ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਵਾਂਗੇ ਤੇ ਬੇਕਸੂਰ ਸਿੱਖਾਂ ਨੂੰ ਬਾਹਰ ਕਢਾਵਾਂਗੇ ਜੇਲ੍ਹਾਂ ਚੋਂ, ਪਰ ਜਦੋਂ ਪਾਵਰ ਦੇ ਵਿੱਚ ਆਏ ਇਜ਼ਹਾਰ ਆਲਮ ਵਰਗੇ ਬੰਦਿਆਂ ਨੂੰ ਤਾਕਤਾਂ ਦਿੱਤੀਆਂ। ਸੁਮੇਧ ਸੈਣੀ ਜਿਹੜਾ ਸਿੱਖਾਂ ਦੇ ਪਿੱਠਿਆਂ 'ਚ ਡੰਡੇ ਦਿੰਦਾ ਰਿਹਾ ਉਹਨੂੰ ਡੀਜੀਪੀ ਤੱਕ ਲਾਇਆ, ਦਰਬਾਰਾ ਗੁਰੂ ਵਰਗੇ ਹੋਰ ਕਿੰਨੇ ਜਿਹੜੇ ਕਾਤਲ ਸੀਗੇ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਐਂਡ ਜਿਹੜਾ ਇਹ ਗਰੁੱਪ ਸਾਰਾ ਇਹਨਾਂ ਦਾ ਜਿਹੜਾ ਪਿਛੋਕੜ ਹੈ ਇਹ ਸ਼ੁਰੂ ਤੋਂ ਖੂਨ ਪੀਂਦੇ ਰਹੇ ਨੇ ਸਿੱਖਾਂ ਦਾ। ਪ੍ਰਕਾਸ਼ ਸਿੰਘ ਬਾਦਲ 1970 ਤੋਂ ਲੈ ਕੇ 71 ਤੱਕ ਪਹਿਲੀ ਵਾਰ 1 ਸਾਲ 79 ਦਿਨ ਜਦੋਂ ਇਹ ਮੁੱਖ ਮੰਤਰੀ ਬਣਿਆ, ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਮੋਢੀ ਉਦੋਂ ਵੱਜਿਆ। ਸਭ ਤੋਂ ਵੱਡੀ ਉਮਰ ਦਾ 82 ਸਾਲਾ ਬਾਬਾ ਬੂਝਾ ਸਿੰਘ ਇਹਨਾਂ ਨੇ ਨਗਰ ਪਿੰਡ ਸੀ ਜਿਹੜਾ ਬੰਗਿਆਂ ਦੇ ਨੇੜੇ, ਉੱਥੋਂ ਚੱਕ ਕੇ ਬੂਝਾ ਸਿੰਘ ਜਿਹੜਾ ਫਰੀडम ਫਾਈਟਰ ਸੀ ਉਹਨੂੰ ਬੰਗੇ ਸਟੇਸ਼ਨ ਤੇ ਲਿਆ ਕੇ ਉਹਦਾ ਝੂਠਾ ਪੁਲਿਸ ਮੁਕਾਬਲਾ ਹੋਇਆ, ਬਾਦਲ ਦੇ ਰਾਜ 'ਚ ਹੋਇਆ 82 ਸਾਲੇ ਦਾ। ਜਸਟਿਸ ਤਾਰਕੁੰਡੇ ਦੀ ਬਕਾਇਦਾ ਰਿਪੋਰਟ ਹੈ, ਉਹਦੇ ਮੁਤਾਬਕ ਉਹ ਝੂਠਾ ਪੁਲਿਸ ਮੁਕਾਬਲਾ ਸੀਗਾ। ਅਜਮੇਰ ਸਿੱਧੂ ਦੀ ਕਿਤਾਬ ਹੈ ਬਕਾਇਦਾ ਬਾਬਾ ਬੂਝਾ ਸਿੰਘ ਐਨ ਅਨਟੋਲਡ ਸਟੋਰੀ। ਔਰ 12ਵੀਂ ਜਮਾਤ 'ਚ ਪੜ੍ਹਦਾ ਹੋਇਆ 18 ਸਾਲਾ ਨੌਜਵਾਨ ਰਾਮਕਰਨ ਦਾ ਝੂਠਾ ਪੁਲਿਸ ਮੁਕਾਬਲਾ ਹੋਇਆ। ਝੂਠੇ ਪੁਲਿਸ ਮੁਕਾਬਲਿਆਂ ਦਾ ਮੁੱਢ ਬਾਦਲ ਨੇ ਵੱਜਿਆ ਤੇ ਜਿਹੜਾ ਇਹ ਸੀਗਾ ਬੇਅੰਤਾ, ਇਹਨੇ ਤਾਂ ਫਿਰ ਸ਼ਰਮ ਹੀ ਲਾਤੀ ਨਾ, ਇਹਨੇ ਤਾਂ ਕੋਈ ਪੁਲ ਇਹੋ ਜਿਹਾ ਛੱਡਿਆ ਨਹੀਂ ਜਿੱਥੇ ਝੂਠੇ ਪੁਲਿਸ ਮੁਕਾਬਲੇ ਕਰਕੇ ਸਾਡੇ ਨੌਜਵਾਨਾਂ ਨੂੰ ਰੋੜਿਆ ਨਾ ਗਿਆ ਹੋਵੇ। ਭਾਈ ਸਾਹਿਬ ਜੀ, ਇੱਕ ਪਾਸੇ ਬੀਤੇ ਦਿਨਾਂ ਦੇ ਵਿੱਚ ਮੌਜੂਦਾ ਸਰਕਾਰ ਨੇ ਚਾਰਜਸ਼ੀਟ ਦਾਖਲ ਕੀਤੀ ਹੈ, ਉਸ ਦੇ ਵਿੱਚ ਸਾਫ਼ ਤੌਰ ਤੇ ਨਾਮਯੋਗ ਕੋਟਕਪੂਰਾ ਗੋਲੀकांड ਨੂੰ ਲੈ ਕੇ ਸਾਹਮਣੇ ਕਰ ਦਿੱਤੇ ਗਏ ਕਿ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸੈਣੀ ਹੋਰ ਆਲਾ ਅਧਿਕਾਰੀ ਸਾਰਿਆਂ ਦੇ ਨਾਮ ਰੱਖ ਦਿੱਤੇ ਨੇ। ਤਾਂ ਬੀਤੇ ਦਿਨ ਕੱਲ੍ਹ ਹੀ ਜਿਹੜੇ ਨੇ ਚਲਾਨ ਪੇਸ਼ ਹੋਣ ਦੇ ਨਾਲ ਉਹਨਾਂ ਨੇ ਜਿਹੜੇ ਹੋਰ ਅਧਿਕਾਰੀ ਸੀ, DIG ਸੀਗਾ, ADGP ਸੀਗੀ, ਪ੍ਰਿੰਸੀਪਲ ਸਕੱਤਰ ਸੀ, ਉਹਨਾਂ ਨੂੰ ਵੀ ਜਿਹੜਾ ਸੰਮਨ ਜਾਰੀ ਕਰ ਦਿੱਤੇ ਨੇ। ਤੁਸੀਂ ਕਿਵੇਂ ਦੇਖਦੇ ਹੋ ਮੌਜੂਦਾ ਸਰਕਾਰ ਨੇ ਜੋ ਚਾਰਜਸ਼ੀਟ ਦਾਖਲ ਕੀਤੀ ਹੈ, ਚਲਾਨ ਪੇਸ਼ ਕੀਤਾ, ਉਸ ਦੇ ਵਿੱਚ ਕੀ ਕੁਝ ਨਿਕਲ ਸਕਦਾ? ਇਹ ਬਹੁਤ ਦੇਰੀ ਨਾਲ ਲਿਆ ਗਿਆ ਦਰੁਸਤ ਫੈਸਲਾ। 2007 ਦਾ ਕੇਸ ਹੈ, ਅਜੇ ਤੱਕ ਤੁਸੀਂ ਚਾਰਜ ਸ਼ੀਟ ਦੇ ਵਿੱਚ ਸਿਰਫ ਨਾਂ ਦਾਖਲ ਕੀਤਾ ਉਹਨਾਂ ਦਾ। ਜਿਹੜੀ ਗੱਲ ਪੰਜਾਬ ਦਾ ਬੱਚਾ ਕਹਿ ਰਿਹਾ ਹੈ ਕਿ ਜਿਹੜਾ ਬਾਈਬਲ ਕਲਾਂ ਕੋਟਕਪੂਰਾ ਗੋਲੀकांड ਦਾ ਮਾਸਟਰਮਾਈਂਡ ਹੈ ਉਹ ਸੁਮੇਧ ਸੈਣੀ ਤੇ ਸੁਖਬੀਰ ਹੈ, ਬੇਅਦਬੀ ਘਟਨਾਕ੍ਰਮ ਦਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਹੈ। ਸੋ ਇਹ ਤਾਂ ਬੱਚਾ ਪਹਿਲਾਂ ਹੀ ਮੰਨ ਚੁੱਕਿਆ ਜੀ। ਤੋ ਇਹਨਾਂ ਨੇ ਇੰਨਾ ਕੀਤਾ ਠੀਕ ਹੈ, ਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਬਾਈਬਲ ਕਲਾਂ ਵਾਲਾ ਵੀ ਇਹਨਾਂ ਨੂੰ ਚਲਾਨ ਜਿਹੜਾ ਛੇਤੀ ਕਰਨਾ ਚਾਹੀਦਾ ਤੇ ਸਾਰੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਹੈ। ਪਰ ਹਜੇ ਤੱਕ ਬਹੁਤ ਢਿੱਲੀ ਕਾਰਜਕਾਰੀ ਚੱਲ ਰਹੀ ਹੈ। ਸਿਰਫ ਪਹਿਲਾਂ ਕੈਪਟਨ ਵੀ ਇਦਾਂ ਕਰਦਾ ਰਿਹਾ ਕਿ ਐਫਰਟ ਦਿਖਾਉਂਦੇ ਆ ਸਾਨੂੰ, ਸਿੱਖਾਂ ਨੂੰ ਇਹ ਦੱਸਦੇ ਆ ਅਸੀਂ ਜੀ ਬਹੁਤ ਕਰ ਰਹੇ ਹਾਂ, ਕਰ ਰਹੇ ਹਾਂ, ਵਾਹ ਕਰ ਰਹੇ ਹਾਂ, ਪਰ ਸਾਨੂੰ ਇਹ ਲੋੜ ਨਹੀਂ ਵੀ ਸਾਨੂੰ ਇਹ ਦਿਖਾਓ ਅਸੀਂ ਬਹੁਤ ਕੰਮ ਕਰ ਰਹੇ ਹਾਂ। ਸਾਨੂੰ ਹੁਣ ਰਿਜ਼ਲਟ ਚਾਹੀਦਾ, ਰਿਜ਼ਲਟ ਇਹ ਦੇਣ ਫੇਰ ਹੀ ਅਸੀਂ ਮੰਨਾਂਗੇ। ਨਹੀਂ ਤਾਂ ਮੈਂ ਸਾਫ਼ ਕੁਲਤਾਰ ਸਿੰਘ ਸੰਧਵਾਂ ਦੇ ਮੂੰਹ ਤੇ ਇਹ ਗੱਲ ਕਹੀ ਸੀਗੀ 31 ਜੁਲਾਈ 2022 ਨੂੰ ਕਿ ਤੁਸੀਂ ਸੰਧਵਾਂ ਸਾਹਿਬ ਜਾਂ ਤਾਂ ਕੁਰਸੀ ਛੱਡੋ, ਨਹੀਂ ਫਿਰ ਇਸ ਮਸਲੇ ਤੇ ਤੁਸੀਂ ਸਰਕਾਰ ਬਣਾਈ ਹੈ, ਨਹੀਂ ਤਾਂ ਫਿਰ ਤੁਹਾਨੂੰ ਕੰਮ ਕਰਨਾ ਚਾਹੀਦਾ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪਹਿਲਾਂ ਵੀ ਹੋਇਆ ਸੀਗਾ, ਪਹਿਲਾਂ ਵੀ ਕੋਰਟਾਂ ਨੇ ਜਿਹੜਾ ਨਤੀਜਾ ਦੱਸ ਦਿੱਤਾ ਸੀਗਾ, ਜਿਹੜੀ ਵਿਜੇ ਪ੍ਰਤਾਪ ਦੀ ਸੀਗੀ, ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ, ਤਾਂ ਹੁਣ ਵੀ ਜਿਹੜਾ ਕੋਰਟਾਂ ਦੇ ਵਿੱਚ ਪਤਾ ਲੱਗ ਜਾਏਗਾ। ਉਹ ਕਿੰਨੇ ਹੌਸਲੇ ਨਾਲ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੀ ਲੱਗਦਾ ਫਿਰ ਉਸ ਦੇ ਵਿੱਚ ਪੂਰਾ ਵਿਸ਼ਵਾਸ ਹੈਗਾ ਕੋਰਟਾਂ ਦੇ ਵਿੱਚ, ਜਾਂ ਇੱਧਰ ਨੂੰ ਨਿਆਂ ਹੋਏਗਾ ਜਾਂ ਉੱਧਰ ਨੂੰ ਨਿਆਂ ਮਿਲੇਗਾ? ਅਸਲ 'ਚ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਉਹਨੇ ਸਿੱਖੀ ਦੇ ਖਿਲਾਫ, ਸਿੱਖਾਂ ਦੇ ਖਿਲਾਫ ਜਿਹੜੀ ਇਸ ਪਰਿਵਾਰ ਨੇ
ਲਗਾਤਾਰ ਭੂਮਿਕਾ ਨਿਭਾਈ ਹੈ। ਉਸ ਗਦਾਰੀ ਦੇ ਉੱਤੇ ਉਹਨੂੰ ਐਡਾ ਵੱਡਾ ਭਰੋਸਾ ਹੈ, ਉਹਨੂੰ ਲੱਗਦਾ ਹੈ ਕਿ ਇੱਥੋਂ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਮੇਰੇ ਨਾਲ ਖੜਾ ਹੈ ਕਿ ਮੇਰਾ ਵਾਲ ਵਿੰਗਾ ਨਹੀਂ ਹੋ ਸਕਣਾ। ਪਰ ਮੈਂ ਸੁਖਬੀਰ ਸਿੰਘ ਬਾਦਲ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਗੁਰਬਾਣੀ ਦਾ ਅਟਲ ਫੈਸਲਾ ਹੈ, ਮਾਨਸਾ ਕਿਉਂ ਦੀਵਾਨੋਂ ਕੋਈ ਨਸ ਭੱਜ ਨਿਕਲੇ, ਹਰ ਦੀਵਾਨੋਂ ਕੋਈ ਕਿੱਥੇ ਜਾਇਆ। ਠੀਕ ਹੈ, ਤੁਸੀਂ ਤੁਹਾਡੀ ਸਰਕਾਰੇ ਦਰਬਾਰੇ ਪਹੁੰਚ ਹੈ, ਹੋ ਸਕਦਾ ਹੈ ਜੱਜਾਂ ਤੱਕ ਤੁਸੀਂ ਪਹੁੰਚ ਕਰ ਲਵੋ, ਪਰ ਇੱਕ ਪਰਮਾਤਮਾ ਦੀ ਕਚਹਿਰੀ ਵੀ ਲੱਗਦੀ ਹੈ ਤੇ ਉੱਥੇ ਜਿਹੜਾ ਰੱਬ ਦੀ ਜਦੋਂ ਚੱਕੀ ਚੱਲਦੀ ਹੈ ਨਾ, ਉਹ ਚੱਲਦੀ ਬਹੁਤ ਹੌਲੀ ਹੈ ਤੇ ਪੀਂਦੀ ਬਹੁਤ ਬਰੀਕ ਹੈ। ਫਿਰ ਉਹ ਜਿਹੜੀਆਂ ਚੀਕਾਂ ਪੈਂਦੀਆਂ, ਸੋ ਇਸ ਲਈ ਇਹ ਰੱਬ ਨਾਲ ਮੱਥਾ ਲਾਉਣ ਵਾਲਾ ਕੰਮ ਕਰ ਰਹੇ ਨੇ। ਇਹਨਾਂ ਨੂੰ ਆਪਣੇ ਗੁਨਾਹ ਆਪਣੇ ਮੂੰਹ ਕਾਲੇ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ, ਸੁਖਬੀਰ ਨੂੰ, ਇਹਨਾਂ ਦੇ ਸਾਰੇ ਇਹ ਕੋੜਮੇ ਨੂੰ ਆਪਣਾ ਮੂੰਹ ਕਾਲਾ ਕਰਕੇ ਅਕਾਲ ਤਖਤ ਸਾਹਿਬ ਤੇ ਆਪ ਹੀ ਸ਼ਾਮਲ ਹੋਣਾ ਚਾਹੀਦਾ। ਉੱਥੇ ਨੱਕ ਰਗੜਨੇ ਚਾਹੀਦੇ ਨੇ। ਗੁਰੂ ਸਾਹਿਬ ਰਹਿਮਤ ਕਰਨਗੇ, ਹੋ ਸਕਦਾ ਇਹਨਾਂ ਨੂੰ ਬਖਸ਼ ਦੇਣ। ਇਸ ਦੇ ਵਿੱਚ ਉਹ ਤਾਂ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ, ਜਿਵੇਂ ਇਹ ਇਲਜ਼ਾਮ ਲੱਗਿਆ, ਕਹਿੰਦੇ ਇਲਜ਼ਾਮ ਹੈ ਸਾਡੇ ਤੇ ਸਿੱਧੇ ਤੌਰ ਤੇ ਵੀ ਇਲਜ਼ਾਮ ਲਗਾਇਆ ਜਾ ਰਿਹਾ, ਤਾਂ ਉਹ ਵੀ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ। ਉੱਥੇ ਗਏ ਸੀ, ਧਾਲੀਵਾਲ ਗਏ ਸੀ, ਉਹਨਾਂ ਨੇ ਸੰਗਤ ਨੇ ਕਿਹਾ ਕਿ ਇਹਨਾਂ ਦੇ ਨਾਮ ਪਾਓ, ਉਹਨਾਂ ਦੇ ਕਹਿਣ ਦੇ ਸੰਗਤ ਦੇ ਕਹਿਣ ਦੇ ਉੱਤੇ ਨਾਮ ਪਾਏ ਜਾ ਰਹੇ ਨਹੀਂ, ਚਲੋ ਧਾਲੀਵਾਲ ਗਿਆ ਜਾਂ ਕੋਈ ਮੰਤਰੀ ਗਿਆ, ਸੰਗਤ ਨੇ ਇਹਨਾਂ ਦਾ ਨਾਂ ਕਿਉਂ ਧਰਿਆ ਇਹ ਵੀ ਦੇਖਣ ਨਾ। ਸੰਗਤ ਤਾਂ ਪਹਿਲੇ ਦਿਨ ਤੋਂ ਕਹਿ ਰਹੀ ਆ ਇਹ ਸਾਰਾ ਕੁਛ। ਇਹਨੂੰ ਪੁੱਛੋ ਸੁਖਬੀਰ ਨੂੰ ਜਾਂ ਇਹਨਾਂ ਦੇ ਸਾਰੇ ਬੰਦਿਆਂ ਨੂੰ ਜਿਹੜੇ ਗੱਲਾਂ ਕਰਦੇ ਆ ਕਿ 2007 ਵਾਲਾ ਜਿਹੜਾ ਸਵਾਂਗ ਵਾਲਾ ਕੇਸ ਸੀ, ਉਹਦੇ ਚੋਂ ਸੌਦਾ ਸਾਧ ਨੂੰ ਤੁਸੀਂ ਕਿਉਂ ਬਚਾਇਆ? ਜਦੋਂ 7 ਸਾਲ 2007 ਵਾਲਾ ਕੇਸ ਸੀਗਾ, 295 ਲਾਈ, ਚਲਾਨ ਪੇਸ਼ ਨਹੀਂ ਕੀਤਾ, ਸੌਦਾ ਸਾਧ ਨੂੰ ਬਲੈਕਮੇਲ ਕਰਕੇ 2009 ਦੇ ਵਿੱਚ ਲੋਕ ਸਭਾ ਚੋਣਾਂ ਤੇ ਬਠਿੰਡੇ ਤੋਂ ਵੋਟਾਂ ਲਈਆਂ ਹਰਸਿਮਰਤ ਲਈ ਸੌਦਾ ਸਾਧ ਦੀਆਂ। ਫਿਰ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ 5 ਦਿਨ ਪਹਿਲਾਂ ਕੈਸ਼ਨੇਸ਼ਨ ਰਿਪੋਰਟ ਪਾਈ, ਪਰ ਉੱਥੇ ਹਰਜੀਤ ਸਿੰਘ ਖਾਲਸਾ ਜੱਜ ਸੀਗਾ ਤੇ ਫਿਰ ਇਸ ਲਈ ਉਹ ਅਗਲੀ ਪੇਸ਼ੀ ਪਾਤੀ ਉਹਨਾਂ ਨੇ। ਦੁਬਾਰਾ ਫਿਰ ਇਹਨਾਂ ਦੀ ਸਰਕਾਰ ਬਣੀ। 2014 'ਚ ਸੌਦਾ ਸਾਧ ਨੇ ਆਪਣਾ ਵਕੀਲ ਭੇਜਿਆ ਬਠਿੰਡੇ ਦੀ ਕੋਰਟ ਦੇ ਵਿੱਚ ਕਿ ਜੀ 7 ਸਾਲ ਹੋ ਗਏ ਮੇਰੇ ਖਿਲਾਫ ਜਦੋਂ ਚਲਾਨ ਨਹੀਂ ਪੇਸ਼ ਕੀਤਾ, ਫਿਰ ਮੈਨੂੰ ਕੱਢਿਆ ਜਾਵੇ। ਇਹ ਬਾਦਲਾਂ ਦੀ ਕਰਤੂਤ ਕਰਕੇ ਹੀ ਸਵਾਂਗ ਵਾਲੇ ਕੇਸ ਵਿੱਚੋਂ ਗੁਰਮੀਤ ਰਾਮ ਰਹੀਮ 2007 ਵਾਲੇ ਕੇਸ 'ਚੋਂ ਬਚਿਆ, 14 'ਚ ਜਾ ਕੇ ਨਿਕਲਿਆ। ਉਹਦਾ ਹੌਸਲਾ ਇੰਨਾ ਵੱਧ ਗਿਆ ਕਿ 15 'ਚ ਜਾ ਕੇ ਉਹਨੇ ਬੇਅਦਬੀਆਂ ਤੱਕ ਕਰਵਾਉਣ ਦੀ ਹਿੰਮਤ ਕੀਤੀ। ਸੋ ਇਹ ਜਿਹੜੀਆਂ ਬੇਅਦਬੀਆਂ ਹੋਈਆਂ ਨਾ, ਇਹ ਕਹਿੰਦੇ ਅਸੀਂ ਦੋਸ਼ੀ ਕਿਵੇਂ ਆ? ਤੁਸੀਂ ਉਸ ਦਰਿੰਦੇ ਨੂੰ 2007 ਵਾਲੇ ਕੇਸ 'ਚੋਂ ਬਚਾ ਕੇ ਉਹਦੇ 'ਚ ਹੌਸਲਾ ਭਰਿਆ ਤੇ 2015 ਦੇ ਵਿੱਚ ਜਿਹੜਾ ਹੈਗਾ ਉਹਨੇ ਬੇਅਦਬੀਆਂ ਕੀਤੀਆਂ। ਇਸ ਤਰ੍ਹਾਂ ਇਹ ਦੋਸ਼ੀ ਨੇ ਜੀ। ਇਸ ਦੇ ਵਿੱਚ 3 ਅਧਿਕਾਰੀਆਂ ਨੂੰ ਹੋਰ, ਪ੍ਰਿੰਸੀਪਲ ਸਕੱਤਰ ਅਤੇ ਏਡੀਜੀਪੀ ਡੀਆਈਜੀ ਨੂੰ ਸੰਮਨ ਜਾਰੀ ਕੀਤੇ ਨੇ ਸਿੱਟ ਨੇ। ਕੀ ਲੱਗਦਾ ਪੁੱਛਗਿੱਛ ਦੇ ਵਿੱਚ ਕੀ ਨਵਾਂ ਨਿਕਲ ਸਕਦਾ ਹੈ? ਕੋਈ ਵੱਡਾ ਖੁਲਾਸਾ ਕਰ ਸਕਦੇ ਨੇ? ਨਹੀਂ, ਪੁੱਛਗਿੱਛ ਦੇਖੋ, ਸ਼ੁਰੂਆਤ ਤਾਂ ਕਿਸੇ ਵੀ ਜਾਂਚ ਦੀ ਪੁੱਛਗਿੱਛ ਤੋਂ ਹੀ ਹੋਣੀ ਹੈ ਨਾ। ਇਹ ਚੰਗੀ ਗੱਲ ਹੈ ਪੁੱਛਗਿੱਛ ਕਰ ਰਹੇ, ਪਰ ਇਹ ਬਹੁਤ ਲੇਟ ਹੈ। 7 ਦਾ ਕੰਮ 15 ਤੱਕ ਚਲਾ ਗਿਆ ਤਾਂ ਇਹਨਾਂ ਨੂੰ ਤੁਰੰਤ ਜਿਹੜਾ ਹੈਗਾ ਪ੍ਰੋਟੈਕਸ਼ਨ ਵਾਰੰਟ ਤੇ ਗੁਰਮੀਤ ਰਾਮ ਰਹੀਮ ਨੂੰ ਵੀ ਲਿਆਉਣਾ ਚਾਹੀਦਾ। ਉਹਦੇ ਵੀ ਹੁਣ ਪਟਾ ਫੇਰਨ। ਸਾਡੇ ਬੰਦਿਆਂ ਦਾ ਫੜ ਕੇ ਨੌਜਵਾਨ ਕੋਈ ਮਿਲਦਾ ਸਿੱਖ, ਉਹਨੂੰ ਫੜ ਕੇ ਉਹਦੇ ਚੱਡੇ ਪਾੜ ਦਿੰਦੇ ਆ ਉੱਦਾਂ ਹੀ ਭੁਲੇਖੇ 'ਚ ਹੀ। ਤੇ ਉਹ ਬੁਰਜ ਜਵਾਰ ਸਿੰਘ ਵਾਲੇ ਦਾ ਗ੍ਰੰਥੀ ਸਿੰਘ ਹੈ, ਗੁਰਸੇਵਕ ਸਿੰਘ ਸ਼ਾਇਦ ਉਹਦਾ ਨਾਮ, ਉਹਦੀ ਵਾਈਫ ਉੱਥੇ ਇੰਨਾ ਟੌਰਚਰ ਹੋ ਰਿਹਾ, ਉਹਦੀ ਵਾਈਫ ਨੂੰ ਬੱਚੇਦਾਨੀ ਤੱਕ ਉਹਦੀ ਜਿਹੜੀ ਆ ਨੁਕਸਾਨ ਹੋ ਗਿਆ ਸੀਗਾ। ਤਾਂ ਫਿਰ ਗੁਰਮੀਤ ਰਾਮ ਰਹੀਮ ਨੂੰ ਇਦਾਂ ਬਹੁਤ ਹਲਕੇ 'ਚ ਉਹਨੂੰ ਇਹ ਲੈਂਦੇ ਆ, ਬਹੁਤ ਵੱਡਾ ਅੱਤਵਾਦੀ ਆ, ਉਹਦੇ ਤੇ ਇਹਨਾਂ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ। ਅਜਨਾਲਾ ਘਟਨਾ ਨੂੰ ਕਿਵੇਂ ਦੇਖਦੇ ਹੋ? ਲਗਾਤਾਰ ਸਿਆਸੀ ਮਾਹੌਲ ਭਖਿਆ ਰਿਹਾ, ਸਿਆਸਤ ਹੁੰਦੀ ਰਹੀ, ਹੁਣ ਵੀ ਚੱਲ ਰਹੀ ਹੈ, ਚਰਚਾ ਚੱਲ ਰਹੀ ਹੈ ਕਿ ਅੰਮ੍ਰਿਤਪਾਲ ਗੁਰੂ ਦੀ ਢਾਲ ਲਗਾ ਕੇ ਉੱਥੇ ਗਏ ਜੇਲ੍ਹ ਦੇ ਵਿੱਚ, ਤੁਸੀਂ ਥਾਣੇ ਦੇ ਵਿੱਚ, ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਕਿਸ ਤਰੀਕੇ ਨਾਲ ਦੇਖਣਾ ਚਾਹੀਦਾ ਹੈਗਾ? ਦੇਖੋ, ਮੈਨੂੰ ਤਾਂ ਇਹ ਲੱਗਦਾ ਜੀ, ਮੈਂ ਕਿਸੇ ਨੂੰ ਪਰਸਨਲ ਨਹੀਂ ਜਾਣਦਾ ਵੀ ਕਿਵੇਂ ਦਾ ਕਿਹਦਾ ਜੀਵਨ ਹੈ, ਪਰ ਮੈਨੂੰ ਇਸ ਗੱਲ ਦੀ ਇਹੋ ਜਿਹੇ ਸਿੱਖ ਪ੍ਰਚਾਰਕ ਬਹੁਤ ਖੁਸ਼ੀ ਹੁੰਦੀ ਹੈ ਕਿ ਕੋਈ ਸਾਡਾ ਭਰਾ ਸਾਡੇ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਰਿਹਾ, ਪ੍ਰੇਰਿਤ ਕਰ ਰਿਹਾ, ਨਸ਼ਿਆਂ ਤੋਂ ਬਚਾ ਰਿਹਾ। ਇਹ ਗੱਲ ਬੜੀ ਚੰਗੀ ਹੈ। ਤੇ ਦੂਜਾ, ਜੇ ਕਿਸੇ ਤੇ ਝੂਠਾ ਪਰਚਾ ਪੈਂਦਾ ਹੈ ਤਾਂ ਉਹਦੇ ਨਾਲ ਖੜਨਾ, ਇਹ ਸਾਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਹੈ। ਚੰਗੀ ਗੱਲ ਹੈ, ਹਮੇਸ਼ਾ ਸਾਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ। ਜੇ ਤਾਂ ਵਾਕਈ ਕੋਈ ਕਸੂਰਵਾਰ ਹੈ, ਉਹਦੇ ਤੇ ਪਰਚਾ ਪੈਂਦਾ, ਫਿਰ ਤਾਂ ਆਪਾਂ ਕਹਾਂਗੇ ਜਾਇਜ਼ ਹੈ, ਪਰ ਉਹ ਨਜਾਇਜ਼ ਪਰਚਾ ਸੀਗਾ। ਪੁਲਿਸ ਮੰਨਦੀ ਹੈ ਇਸ ਗੱਲ ਨੂੰ। ਇਹ ਤਾਂ ਸਵਾਲ ਜਿਹੜਾ ਪੁਲਿਸ ਤੇ ਬਣਦਾ ਹੈ, ਇੱਥੋਂ ਦੇ ਸਿਸਟਮ ਤੇ ਬਣਦਾ ਹੈ ਕਿ ਤੁਸੀਂ ਬੇਕਸੂਰ ਤੇ ਪਰਚਾ ਪਾਇਆ ਕਿਉਂ? ਜੇ ਉਹ ਵਾਕਈ ਕਸੂਰਵਾਰ ਸੀ ਤਾਂ ਫਿਰ ਤੁਸੀਂ ਉਹ ਪਰਚਾ ਕੈਂਸਲ ਕਿਵੇਂ ਕਰਤਾ? ਇਦਾਂ ਤਾਂ ਫਿਰ ਕੋਈ ਵੀ ਇਕੱਠੇ ਹੋ ਕੇ ਵਗ ਜਾਣਗੇ, ਤੁਸੀਂ ਇਦਾਂ ਹੀ ਕੈਂਸਲ ਕਰ ਦਿਆ ਕਰੋਗੇ। ਇਹ ਬਿਲਕੁਲ ਉਸ ਤਰ੍ਹਾਂ ਦੀ ਗੱਲ ਹੈਗੀ ਆ। ਔਰ ਜਿਹੜੇ ਬੰਦੇ ਗੱਲਾਂ ਕਰ ਰਹੇ ਆ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ 2015 ਦੇ ਵਿੱਚ ਆਪਣੇ ਤੇ ਪਰਚੇ ਪਏ ਸੀ, ਮੇਰੇ ਤੇ ਇਰਾਦਾ ਕਤਲ ਦਾ ਪਰਚਾ ਪਿਆ ਸੀ, ਜਾਂ ਹੋਰ ਸਾਡੇ ਸਿੱਖ ਪ੍ਰਚਾਰਕਾਂ ਤੇ ਪਰਚੇ ਪਏ ਸੀਗੇ 15 ਦੇ ਵਿੱਚ, ਤਾਂ ਉਹ ਪਰਚੇ ਕੈਂਸਲ ਕਿਵੇਂ ਹੋਏ ਸੀ?
ਕਿਉਂਕਿ ਉਦੋਂ ਪੂਰਾ ਪੰਜਾਬ ਖਾਸ ਤੌਰ ਤੇ ਮਾਲਵਾ ਜਾਮ ਹੋ ਗਿਆ ਸੀ, ਸਾਰੀ ਸੰਗਤ ਸਾਡੇ ਨਾਲ ਖੜ ਗਈ ਸੀ, ਤਾਂ ਸਾਨੂੰ ਇਰਾਦਾ ਕਤਲ ਦੇ ਪਰਚਿਆਂ ਚੋਂ ਰਾਹਤ ਮਿਲੀ ਸੀਗੀ। ਤੇ ਅੱਜ ਜਿਹੜੇ ਬੰਦੇ ਸੰਗਤ ਨੇ ਪਹਿਲਾਂ ਛੜਾਏ ਹੈ ਇਰਾਦਾ ਕਤਲ ਵਰਗੇ ਪਰਚਿਆਂ ਤੋਂ, ਉਹੀ ਬੰਦੇ ਕਿੰਤੂ ਕਰ ਰਹੇ ਹੈ ਕਿ ਜੀ ਉਹ ਕਿਉਂ ਜੀ ਉਹਨੂੰ ਕਿਉਂ ਛਡਾਉਣ ਦੀ ਕੀ ਲੋੜ ਸੀ। ਸੋ ਸਾਨੂੰ ਇੱਕ ਦੂਜੇ ਨਾਲ ਖੜਨਾ ਚਾਹੀਦਾ, ਕੋਈ ਐਸੀ ਗੱਲ ਨਹੀਂ, ਸਭ ਚੜ੍ਹਦੀ ਕਲਾ ਹੈ। ਪ੍ਰਸ਼ਾਸਨ ਨੇ ਉੱਥੇ ਚੰਗੀ ਭੂਮਿਕਾ ਨਿਭਾਈ, ਕੋਈ ਟਕਰਾਅ ਵਾਲਾ ਮਾਹੌਲ ਨਹੀਂ ਬਣਾਇਆ। ਜਦੋਂ ਬੈਰੀਗੇਡ ਟੁੱਟਣੇ ਆ ਨਾ, ਛੋਟੀ ਮੋਟੀ ਸੱਟਾਂ ਆਮ ਲੱਗਦੀਆਂ, ਇਹ ਹਰ ਥਾਵੇਂ ਲੱਗਦੀਆਂ ਹੁੰਦੀਆਂ ਇੰਨੀਆਂ ਕੁ। ਤੇ ਉਹ ਤਾਂ ਤੁਸੀਂ ਦੇਖੋ ਕਿਸਾਨੀ ਅੰਦੋਲਨ ਦੇ ਦੌਰਾਨ ਜਦੋਂ ਗਏ ਸੀਗੇ ਉਦੋਂ ਵਕਤ ਵੀ ਸੱਟਾਂ ਫਿੱਟਾਂ ਮਾੜੀਆਂ ਮੋਟੀਆਂ ਲੱਗੀਆਂ, ਬੈਰੀਗੇਡ ਤੋਂ ਟੁੱਟੇ ਆ। ਤਾਂ ਫਿਰ ਇਹਨੂੰ ਕੋਈ ਬਾਹਲਾ ਇਹ ਨਹੀਂ ਲੈਣਾ ਚਾਹੀਦਾ, ਬਲਕਿ ਸਾਨੂੰ ਕਹਿਣਾ ਚਾਹੀਦਾ ਕੋਈ ਕਬਜ਼ਾ ਨਹੀਂ ਕੀਤਾ ਜਾ ਕੇ ਉੱਥੇ ਸਿੱਖਾਂ ਨੇ। ਐਵੇਂ ਝੂਠ ਬੋਲੀ ਜਾਂਦੇ ਆ ਜੀ ਥਾਣੇ ਕਬਜ਼ਾ ਕਰ ਲਿਆ। ਦੱਸੋ ਅੰਮ੍ਰਿਤਪਾਲ ਜਾਂ ਦੂਜਾ ਤੀਜਾ ਕਿਹੜਾ ਸਿੱਖ ਸੀਗਾ ਜਿਹੜਾ ਉੱਥੇ SHO ਦੀ ਕੁਰਸੀ ਤੇ ਬਹਿ ਗਏ ਸੀ, ਉਹ ਕਿ SSP ਦੀ ਕੁਰਸੀ ਤੇ ਬੈਠੇ ਉੱਥੇ ਜਾ ਕੇ? ਕੋਈ ਉੱਥੇ ਕਬਜ਼ਾ ਨਹੀਂ ਹੋਇਆ। ਉਹਨਾਂ ਨੇ ਗੱਲ ਕੀਤੀ ਜੀ ਆਹ ਬੰਦਾ ਸਾਡਾ ਜਾਇਜ਼ ਹੈ, ਨਜਾਇਜ਼ ਤੁਸੀਂ ਫੜਿਆ, ਇਹਨੂੰ ਛੱਡੋ। ਕਹਿੰਦੇ ਜੀ ਛੱਡਦੇ ਆ, ਵਾ ਗੱਲ ਇੰਨੀ ਹੈ, ਨਿਬੜ ਗਈ ਇਹ ਤਾਂ ਗੱਲ। ਘਟਨਾ ਬਹੁਤ ਵੱਡੇ ਪੱਧਰ ਤੱਕ ਚੁੱਕਿਆ ਜਾ ਰਿਹਾ, ਕੀ ਲੱਗਦਾ ਇਸ ਨੂੰ ਇੰਨਾ ਚੁੱਕਣਾ? ਕਿਉਂਕਿ ਖਾਸ ਤੌਰ ਤੇ ਪੰਜਾਬ ਦੀ ਤਸਵੀਰ ਜਿਹੜੀ ਦਿਖਾਈ ਜਾਂਦੀ ਹੈ ਕਿ ਪੰਜਾਬ ਵਿੱਚ ਅਜਿਹਾ ਹੋ ਰਿਹਾ, ਕਈ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸਲ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਪੈਨ ਕਾਪੀ ਹੋਣੀ ਚਾਹੀਦੀ ਹੈ ਉਹ ਤਲਵਾਰਾਂ ਚੁੱਕੀ ਫਿਰਦੇ ਨੇ। ਨੌਜਵਾਨਾਂ ਦੇ ਹੱਥਾਂ ਵਿੱਚ ਪੈਨ ਕਾਪੀ ਹੋਣੀ ਬਹੁਤ ਚੰਗੀ ਗੱਲ ਹੈ, ਤੇ ਤਲਵਾਰਾਂ ਚੁੱਕ ਕੇ ਕੀ ਕਰ ਰਹੇ ਨੇ ਉਹ? ਕਿਰਪਾਨ ਤਾਂ ਵੈਸੇ ਹੀ ਗੁਰੂ ਮਹਾਰਾਜ ਨੇ ਬਖਸ਼ੀ ਹੈ ਸਾਨੂੰ, ਹੁਣ ਕਿਰਪਾਨ ਮੈਂ ਪਾਈ ਹੈ, ਕਿਰਪਾਨ ਮੇਰੇ ਹੱਥ 'ਚ ਹੁੰਦੀ ਹੈ। ਤੇ ਇਹ ਤੋਂ ਇੰਨਾ ਡਰ ਕਿਉਂ? ਸਰਿੰਜਾਂ ਦੀ ਥਾਂ ਜੇ ਹੱਥ 'ਚ ਕਿਰਪਾਨ ਆ ਜੇ, ਗੁਰਬਾਣੀ ਦੀ ਪੋਥੀ ਆ ਜੇ, ਚੰਗੀ ਸਟੱਡੀ ਵਾਲੇ ਪਾਸੇ ਸਾਡੇ ਨੌਜਵਾਨ ਤੁਰ ਪੈਣ, ਇਹ ਮੈਨੂੰ ਤਾਂ ਲੱਗਦਾ ਇਹ ਚੰਗੀ ਗੱਲ ਹੈ ਜੀ। ਤੋ ਇਹ ਕੋਈ ਐਡਾ ਵੱਡਾ ਮਸਲਾ ਨਹੀਂ। ਐਵੇਂ ਲੋਕ ਜਿਹੜੇ ਦੇਖੋ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਡਰ ਲੱਗ ਰਿਹਾ ਹੈ ਅੰਮ੍ਰਿਤਪਾਲ ਸਿੰਘ ਤੋਂ ਜਾਂ ਬਾਕੀ ਸਾਰੇ ਸਿੱਖ ਨੌਜਵਾਨਾਂ ਤੋਂ। ਉਹਨਾਂ ਨੂੰ ਲੱਗਦਾ ਕਿ ਨਵੀਂ ਲੀਡਰਸ਼ਿਪ ਨਾ ਕਿਤੇ ਪੰਜਾਬ ਦੇ ਵਿੱਚ ਉੱਭਰ ਜੇ, ਫਿਰ ਉਹਨਾਂ ਦਾ ਤੋਰੀ ਫੁਲਕਾ ਸਾਰਾ ਬੰਦ ਹੋ ਜਾਊਗਾ। ਤਾਂ ਫਿਰ ਇਸੇ ਕਰਕੇ ਇਹ ਗੱਲਾਂ ਕਰ ਰਹੇ ਨੇ। ਜਾਂ ਸਾਡੇ ਸਿੱਖਾਂ ਦੇ ਵੀ ਜਿਹੜੇ ਜਥੇਬੰਦੀਆਂ ਵਾਲੇ ਵੀ ਜਿਹੜੇ ਵਿਰੋਧਤਾ ਕਰ ਰਹੇ ਆ, ਉਹਨਾਂ ਨੂੰ ਡਰ ਹੀ ਇਹ ਲੱਗ ਰਿਹਾ ਵੀ ਸਾਡੀਆਂ ਕਿਤੇ ਜਿਹੜੀਆਂ ਚੱਲਦੀਆਂ ਛੋਟੀਆਂ ਮੋਟੀਆਂ ਦੁਕਾਨਾਂ ਬੰਦ ਨਾ ਹੋ ਜਾਣ। ਸੋ ਮੈਂ ਤਾਂ ਕਹਿੰਦਾ ਵੀ ਜੇ ਚੰਗੀ ਗੱਲ ਹੈ ਸਾਰੇ ਅੰਮ੍ਰਿਤ ਛਕਣ, ਗੁਰੂ ਵਾਲੇ ਬਣਨ, ਲੋੜ ਹੀ ਨਾ ਪਵੇ ਕਹਿਣ ਦੀ। ਇਸ ਘਟਨਾ ਤੋਂ ਬਾਅਦ ਇੱਕ ਕਮੇਟੀ ਬਣਨਾ ਹੁੰਦੀ ਹੈ SGPC, ਉਸ ਦੇ ਵਿੱਚ ਫੈਸਲੇ ਲਿੱਤੇ ਜਾਂਦੇ ਨੇ। ਹਜੇ ਫੈਸਲਾ ਇਹ ਨਹੀਂ ਸਾਹਮਣੇ ਆਇਆ ਕਿ ਕੀ ਲੈਤਾ ਗਿਆ। ਕਮੇਟੀ ਬਣ ਚੁੱਕੀ ਹੈ। ਕੀ ਲੱਗਦਾ ਜਿੱਥੇ ਵੀ ਧਰਨਾ ਪ੍ਰਦਰਸ਼ਨ ਹੁੰਦਾ ਉੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਕਰੇਗਾ ਜਾਂ ਨਹੀਂ? ਜਿਵੇਂ ਇੱਥੇ ਪ੍ਰੋਟੈਸਟ ਹੋ ਰਿਹਾ, ਇੱਥੇ ਸਿੰਘ ਬੈਠੇ ਹੋਏ ਨੇ ਲਗਾਤਾਰ ਮੰਗ ਕਰ ਰਹੇ ਨੇ, ਕੀ ਲੱਗਦਾ ਫਿਰ ਇਸ ਥਾਵਾਂ ਤੇ ਪ੍ਰਕਾਸ਼ ਹੋਇਆ ਕਰੇਗਾ ਗੁਰੂ ਮਹਾਰਾਜ ਦਾ? ਉਸੇ ਘਟਨਾ ਨੂੰ ਲੈ ਕੇ ਫੈਸਲਾ ਲਿੱਤਾ ਗਿਆ। ਨਹੀਂ, ਉਹ ਘਟਨਾ ਨੂੰ ਤਾਂ ਉੱਦਾਂ ਇਹਨਾਂ ਨੇ ਆਧਾਰ ਬਣਾ ਲਿਆ। ਸੋ ਉਹ ਤਾਂ ਫੈਸਲਾ ਚਲੋ ਕਮੇਟੀ ਨੇ ਕਿਵੇਂ ਕਰਨਾ, ਸਾਰੇ ਪੰਥ ਨੇ ਇੱਕ ਫੈਸਲਾ ਦੇਣਾ, ਉਹਦੇ ਤੇ ਮੇਰੀ ਕੋਈ ਨਿੱਜੀ ਤਾਂ ਕੋਈ ਔਕਾਤ ਨਹੀਂ ਕਿ ਮੈਂ ਕੋਈ ਆਪਣੇ ਵੱਲੋਂ ਗੱਲ ਕਰਾਂ। ਪਰ ਮੈਂ ਇਹ ਜ਼ਰੂਰ ਕਹਿਣਾ ਕਿ ਜਿਹੜਾ ਉਹ ਜਦੋਂ ਜਾਂਦਾ ਅੰਮ੍ਰਿਤਪਾਲ ਸਿੰਘ ਕਿਸ ਪਾਸੇ, ਉਹਨਾਂ ਦਾ ਇਹ ਸਿਸਟਮ ਬਣਾਇਆ ਹੋਇਆ, ਉਹ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਦੇ ਨੇ। ਅੰਮ੍ਰਿਤ ਸੰਚਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੀ ਹੋਣਾ। ਪਹਿਲਾਂ ਮੈਨੂੰ ਜਿੰਨਾ ਕੁ ਪਤਾ ਲੱਗਿਆ ਪ੍ਰਸ਼ਾਸਨ ਦੇ ਨਾਲ ਇਹਨਾਂ ਦਾ ਰਾਬਤਾ ਹੋਇਆ, ਇਹ ਕਹਿੰਦੇ ਸਾਡਾ ਬੰਦਾ ਨਜਾਇਜ਼ ਫੜਿਆ, ਤੁਸੀਂ ਛੱਡ ਦਿਓ। ਉਹਨਾਂ ਨੇ ਨਹੀਂ ਛੱਡਿਆ। ਇਹਨਾਂ ਨੇ ਫਿਰ ਕਿਹਾ ਸੀ ਵੀ ਅਸੀਂ ਨਹੀਂ ਤਾਂ ਅੰਮ੍ਰਿਤ ਸੰਚਾਰ ਇੱਥੇ ਆ ਕੇ ਕਰਾਵਾਂਗੇ। ਹੁਣ ਜਦੋਂ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਸੀਗਾ ਤਾਂ ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਾਂ ਲੈ ਕੇ ਜਾਣਾ ਸੀ ਉਹਨਾਂ ਨੇ। ਇਹਨੂੰ ਐਡਾ ਵੱਡਾ ਹੁਆ ਇਹ ਬਣਾਉਣਾ ਜੀ, ਇੱਦਾਂ ਢਾਲ ਬਣਾ ਲਿਆ। ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਗੱਲ ਹੋਈ ਹੈ। ਹੋ ਸਕਦਾ ਮੈਂ ਗਲਤ ਸੋਚ ਰਿਹਾ ਹਾਂ, ਪਰ ਮੈਨੂੰ ਇਹ ਲੱਗਦਾ ਵੀ ਕੋਈ ਵੀ ਇਸ ਤਰ੍ਹਾਂ ਦੀ ਢਾਲ ਵਾਲੀ ਗੱਲ ਨਹੀਂ ਸੀਗੀ। ਬਾਕੀ ਗੁਰੂ ਹਮੇਸ਼ਾ ਹੀ ਜਿਹੜਾ ਹੈ ਸਿੱਖ ਦੀ ਢਾਲ ਹੈ, ਇਹ ਗੁਰੂ ਹੀ ਰੱਖਾ ਸਾਡਾ, ਰਾਖਾ ਏਕ ਹਮਾਰਾ ਸੁਆਮੀ, ਗੁਰੂ ਹੀ ਬਖਸ਼ਿਸ਼ ਕਰਦਾ ਹੈ। ਅਖੀਰਲਾ ਸਵਾਲ ਕਰਨਾ ਚਾਹਾਂਗਾ, ਲਗਾਤਾਰ ਮੈਂ ਤੁਹਾਡੇ ਪੇਜ ਤੇ ਵੀ ਦੇਖ ਰਿਹਾ ਸੀਗਾ, ਤੁਸੀਂ ਪ੍ਰਚਾਰ ਬਾਹਰ ਜਾ ਕੇ ਕਰਦੇ ਹੋ, ਤਾਂ ਇੱਕ ਵੀਡੀਓ ਦੇ ਵਿੱਚ ਤੁਸੀਂ ਦੱਸਦੇ ਆ ਰਹੇ ਸੀ ਰੇਲ ਗੱਡੀ ਨੂੰ ਲੈ ਕੇ ਵੀ ਕਿਸ ਤਰ੍ਹਾਂ ਮੈਸੇਜ ਕੀ ਸੀ ਉਸ ਰੇਲ ਗੱਡੀ ਦਾ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਸੀ ਅਸਲ ਦੇ ਵਿੱਚ ਪੰਜਾਬ ਦੇ ਵਿੱਚ? ਨਹੀਂ, ਉਹ ਮੈਂ ਇਹੀ ਦਿਖਾ ਰਿਹਾ ਸੀ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਤੇ ਮੈਨੂੰ ਕੁਝ ਵੀਰ ਲੈ ਕੇ ਗਏ ਕਿ ਤੁਹਾਨੂੰ ਮਾਹੌਲ ਦਿਖਾਉਂਦੇ ਆ ਬਾਰਡਰ ਦਾ। ਮੈਨੂੰ ਮਾਹੌਲ ਉਹ ਇੰਨਾ ਚੰਗਾ ਲੱਗਿਆ ਕਿ ਲੋਕ ਬਿਲਕੁਲ ਇਸ ਤਰ੍ਹਾਂ ਕੈਨੇਡਾ ਵਾਲੇ ਅਮਰੀਕਾ 'ਚ ਦਖਲ ਹੋ ਜਾਂਦੇ ਨੇ, ਅਮਰੀਕਾ ਵਾਲੇ ਕੈਨੇਡਾ 'ਚ ਦਖਲ ਹੋ ਜਾਂਦੇ ਨੇ ਜਿਵੇਂ ਆਪਾਂ ਟੋਲ ਲੰਘਣਾ ਹੋਵੇ। ਇਸ ਤਰ੍ਹਾਂ ਕੋਈ ਸਿਕਿਉਰਿਟੀ ਨਹੀਂ ਵਾਲੀ ਦਿਖਾਈ ਦੇ ਰਹੀ, ਕੁਛ ਨਹੀਂ ਹੈ, ਠੀਕ ਠਾਕ ਸਭ ਚੜ੍ਹਦੀ ਕਲਾ। ਸੋ ਮੈਂ ਉੱਥੋਂ ਇਹ ਦੇਖ ਰਿਹਾ ਸੀ, ਮੈਨੂੰ ਲੱਗਦਾ ਸੀ ਕਿ ਜੇ ਪੰਜਾਬ ਤੇ ਜੇ ਭਾਰਤ ਤੇ ਪਾਕਿਸਤਾਨ ਦੇ ਬਾਰਡਰਾਂ ਦਾ ਮਾਹੌਲ ਵੀ ਗੁਰੂ ਬਖਸ਼ਿਸ਼ ਕਰੇ ਇਹੋ ਜਿਹਾ ਹੋ ਜੇ ਤੇ ਸਾਡੇ ਬਾਰਡਰ ਖੁੱਲ੍ਹਣ, ਸਾਡਾ ਵਪਾਰ ਵਧੇ। ਸਾਡੀਆਂ ਵੈਸੇ ਵੀ ਸਾਂਝਾਂ ਨੇ, ਦਰਬਾਰ ਸਾਹਿਬ ਤੋਂ ਬਿਨਾਂ ਵੀ ਸਿੱਖ ਬਚਦਾ ਨਹੀਂ, ਤੇ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰੇ ਦਰਬਾਰ ਸਾਹਿਬ ਦੇ ਅੰਦਰ ਹੁੰਦੀ ਅਰਦਾਸ ਵਿੱਚ ਹੁੰਦੇ ਨੇ, ਇਹ ਮੰਗ ਹੁੰਦੀ ਹੈ। ਤਾਂ ਸਾਡਾ ਤਾਂ ਜੀ ਸਰਬੱਤ ਦਾ ਚਾਹਾਂਗਾ ਮੁੱਖ ਮੰਤਰੀ ਪੰਜਾਬ ਤਾਂ ਕਹਿੰਦੇ ਨੇ ਜਿਹੜਾ ਮੁਲਕ ਸਾਡੇ ਨੌਜਵਾਨਾਂ ਨੂੰ ਨਸ਼ਾ ਭੇਜ ਰਿਹਾ, ਹਥਿਆਰ ਭੇਜ ਰਿਹਾ, ਅਸੀਂ ਕਿਵੇਂ ਉਹਦੇ ਨਾਲ ਨਾਤਾ ਰੱਖ ਲਈ? ਉਹ ਤਾਂ ਚਲੋ ਮੁੱਖ ਮੰਤਰੀ ਜਿਸ ਹਿਸਾਬ ਨਾਲ ਸੋਚਦੇ ਆ ਉਹ ਉਹਨਾਂ ਦੀ ਸੋਚ ਹੋਊਗੀ। ਪਰ ਮੈਨੂੰ ਲੱਗਦਾ ਹੈ ਵੀ ਜੇ ਆਪਾਂ ਫਿਰ ਇਹਦਾ ਮਤਲਬ ਜੇ ਕੋਈ ਗਵਾਂਢੀ ਮੁਲਕ ਸਾਡੇ ਸਟੇਟ ਦੇ ਵਿੱਚ
ਨਸ਼ਾ ਭੇਜ ਰਿਹਾ, ਇਹਦੇ ਵਿੱਚ ਸਾਡੀ ਵੀ ਤਾਂ ਨਲਾਇਕੀ ਹੈ ਨਾ। ਸਾਡੀਆਂ ਫੋਰਸਾਂ ਕੀ ਕਰਦੀਆਂ ਨੇ, ਸਾਡੀ ਇੰਟੈਲੀਜੈਂਸੀ ਕੀ ਕਰਦੀ ਹੈ। ਜੇ ਚੋਣ ਜ਼ਾਬਤੇ ਦੇ ਦੌਰਾਨ ਤੁਸੀਂ ਆਪਣਾ ਜਾਇਜ਼ 2 ਲੱਖ ਰੁਪਈਆ ਲੈ ਕੇ 10 ਕਿਲੋਮੀਟਰ ਨਹੀਂ ਜਾ ਸਕਦੇ, ਉਹ ਕਹਿੰਦੇ ਚੋਣ ਜ਼ਾਬਤਾ ਲੱਗਿਆ, ਕੈਸ਼ ਨਹੀਂ ਨਾਲ ਰੱਖਣਾ ਇੰਨਾ ਤੁਸੀਂ, ਤਾਂ ਫਿਰ ਇੰਨੇ ਨਾਕੇ ਪਾਰ ਕਰਕੇ ਜੇ ਆ ਰਿਹਾ ਨਸ਼ਾ ਤੇ ਇਹਦੇ ਵਿੱਚ ਸਾਡੀਆਂ ਫੋਰਸਾਂ ਦੀ ਵੀ ਨਲਾਇਕੀ ਹੈ। ਸਾਨੂੰ ਉਹ ਸੁਧਾਰਨ ਤੇ ਜ਼ੋਰ ਦੇਣਾ ਚਾਹੀਦਾ। ਜੀ ਬਹੁਤ ਸ਼ੁਕਰੀਆ। ਤਾਂ ਭਾਈ ਸਾਹਿਬ ਸਾਡੇ ਨਾਲ ਸੀ ਹਰਜਿੰਦਰ ਸਿੰਘ ਮਾਝੀ, ਤਾਂ ਇਹਨਾਂ ਨੇ ਸਾਫ਼ ਤੌਰ ਤੇ ਸਰਕਾਰਾਂ ਤੇ ਵੀ ਸਵਾਲ ਚੁੱਕੇ ਨੇ, ਕੇਂਦਰ ਸਰਕਾਰ ਤੇ ਖਾਸ ਤੌਰ ਤੇ, ਕਿਉਂਕਿ ਪਹਿਲਾਂ ਵੀ ਮੁਲਾਕਾਤ ਹੋ ਚੁੱਕੀ ਸੀਗੀ ਗਜਿੰਦਰ ਸ਼ੇਖਾਵਤ ਦੇ ਨਾਲ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੈਗਾ। ਇਹਨਾਂ ਨੇ ਸਾਫ਼ ਤੌਰ ਤੇ ਨਾਮ ਵੀ ਦੱਸੇ ਸੀਗੇ, ਹਰ ਇੱਕ ਚੀਜ਼ ਦੱਸੀ ਸੀ, ਪਰ ਜਿਹੜੇ ਬੰਦੀ ਸਿੰਘ ਰਿਹਾ ਕਰ ਦਿੱਤੇ ਨੇ ਉਹ ਵੀ ਚੰਗੀ ਗੱਲ ਹੈ। ਉਸ ਤੇ ਵੀ ਚੰਗਾ ਜਿਹੜਾ ਇਹਨਾਂ ਨੇ ਟਿੱਪਣੀ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਬਿਆਨ ਸੁਣ ਕੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ, ਕਿਸ ਤਰ੍ਹਾਂ ਦੇ ਬੀਜੇਪੀ ਦੇ ਜਿਹੜੇ ਨੁਮਾਇੰਦੇ ਨੇ ਉਹ ਗੱਲ ਦੱਸਦੇ ਨੇ, ਇਹ ਵੀ ਵਿਚਾਰ ਦੇਖਣ ਵਾਲੀ ਗੱਲ ਹੋਏਗੀ।